ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਐ ਚਾੜ ਪਵਾਈਏ ਜੰਤ। ਫਿਰ ਗਰੀਬ ਨਵਾਜ ਸਾਹਿਬ ਜੀ ਇਸ ਪਾਵਨ ਪੰਕਤੀ ਅੰਦਰ ਸਮਝਾ ਰਹੇ ਕਿ ਸਾਰਾ ਕੁਝ ਜਦੋਂ ਘੁੰਮ ਰਿਹਾ ਹੈ ਤਾਂ ਸਭ ਕਹਿੰਦੇ ਸੂਐ ਚਾੜ ਪਵਾਈਏ ਜੰਤ। ਸੂਐ ਇਹਦੇ ਕਈ ਅਰਥ ਜਿਹੜੇ ਹਨ ਉਹ ਦਾਨਸ਼ਵੰਦਾਂ ਨੇ, ਦਾਨਿਆਂ ਸਿਆਣਿਆਂ ਸਤਿਪੁਰਖਾਂ ਨੇ ਕੀਤੇ ਨੇ। ਭਾਵ ਇੱਕ ਤਾਂ ਤੁਸੀਂ ਦੇਖਿਆ ਹੋਵੇਗਾ ਬਾਜ਼ੀਗਰ ਜਦੋਂ ਆਇਆ ਕਰਦੇ ਸੀ ਪਿੰਡਾਂ ਦੇ ਵਿੱਚ, ਉਹ ਇੱਕ ਸੂਲ ਦੇ ਉੱਤੇ, ਉਹ ਸੂਲ ਜਿਹੜੀ ਬਹੁਤ ਜ਼ਿਆਦਾ ਵੀ ਤਿੱਖੀ ਨਹੀਂ ਸੀ ਹੁੰਦੀ, ਪਰ ਇੰਝ ਸਮਝ ਸਕਦੇ ਹੋ ਆਪ ਜੀ ਕਿ ਇੱਕ ਲੱਕੜ ਨੂੰ ਗੱਡ ਕੇ ਜਿਹੜੀ ਉੱਤੋਂ ਪੈਨਸਲ ਦੀ ਤਰ੍ਹਾਂ ਜਿਹੜੀ ਉਹ ਘੜੀ ਹੁੰਦੀ ਸੀ, ਉਸ ਦੇ ਉੱਪਰ ਪਿੱਠ ਭਾਰ ਲੰਮੇ ਪੈ ਕਰਕੇ ਆਪਣੇ ਆਪ ਨੂੰ ਘੁਮਾਉਂਦੇ ਸਨ। ਜਾਂ ਕਈ ਵਾਰ ਪੇਟ ਪਰਨੇ ਢਿੱਡ ਦੇ ਭਾਰ ਉਸ ਸੂਲ ਦੇ ਉੱਤੇ ਲੰਮੇ ਪੈ ਕਰਕੇ ਆਪਣੇ ਆਪ ਨੂੰ ਘੁਮਾਉਂਦੇ ਸਨ। ਇੱਕ ਕਰਤੱਵ ਦਿਖਾਉਂਦੇ ਸੀ ਕਿ ਅਸੀਂ ਕਿਤਨਾ ਵੱਡਾ ਰਿਸਕ ਜਿਹੜਾ ਹੈ ਉਹ ਉਠਾ ਕਰਕੇ ਤੁਹਾਡਾ ਲੋਕਾਂ ਦਾ ਮਨੋਰੰਜਨ ਕਰ ਰਹੇ। ਇਹ ਸਾਡੀ ਇੱਕ ਖੇਡ ਹੈ। ਇਸ ਸੂਲ ਦੇ ਉੱਤੇ ਪੈ ਕਰਕੇ ਜਿਹੜੀ ਬਹੁਤ ਜ਼ਿਆਦਾ ਦੁਖਦਾਇਕ ਵੀ ਖਤਰਨਾਕ ਹੈ, ਜਿਹੜੀ ਢਿੱਡ ਦੇ ਵਿੱਚ ਖੁੱਭ ਵੀ ਸਕਦੀ, ਉਹਦੇ ਤੇ ਆਪਣੀ ਬਾਡੀ ਨੂੰ ਸਿੱਧਿਆਂ ਕਰਕੇ ਘੁਮਾਇਆ ਜਾਂਦਾ ਸੀ। ਇੱਕ ਉਸ ਅਰਥ ਅੰਦਰ ਫਿਰ ਕੁਝ ਬੱਚੇ ਜਿਹੜੇ ਨੇ ਉਹ ਟਿੱਡੀਆਂ ਦੇ ਮੂੰਹ ਵਿੱਚ ਕੰਡਾ ਪਾ ਕਰਕੇ, ਛੋਟੇ ਬੱਚੇ ਜਿਹੜੇ ਨੇ, ਕੁਝ ਜੋ ਗੁਰਸਿੱਖ ਪਰਿਵਾਰਾਂ ਦੇ ਵਿੱਚ ਬੱਚੇ ਹੁੰਦੇ, ਉਹ ਕਦੀ ਵੀ ਐਸੀ ਜੀਵ ਹੱਤਿਆ ਜਾਂ ਜੀਵਾਂ ਦੇ ਉੱਤੇ ਦੁੱਖ ਦੇਣਾ ਜਾਂ ਜੀਵਾਂ ਨੂੰ ਮਾਰਨਾ, ਐਸਾ ਦੁਸ਼ਕਰਮ ਕਦੀ ਨਹੀਂ ਕਰਦੇ। ਪਰ ਆਮ ਜੋ ਕਈ ਦਫਾ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੀ ਜਿਵੇਂ ਕਹਿ ਦਈਏ ਕਿ ਇੱਕ ਰੀਤ, ਇੱਕ ਮੁੱਢ ਕਦੀਮਾਂ ਦਾ ਸੁਭਾਅ ਹੁੰਦਾ ਹੈ ਕਿ ਉਹਨਾਂ ਦੇ ਬਜ਼ੁਰਗ ਵੀ ਜੀਵ ਹੱਤਿਆ ਕਰਦੇ ਰਹੇ, ਜੀਵਾਂ ਨੂੰ ਮਾਰਦੇ ਰਹੇ। ਉਹ ਅੱਗੇ ਬੱਚੇ ਜਿਹੜੇ ਨੇ ਉਹਨਾਂ ਦੇ ਵੀ ਸੁਭਾਅ ਵਿੱਚੋਂ ਦਇਆ ਭਾਵਨਾ ਜਿਹੜੀ ਉਹ ਖਤਮ ਹੋਈ ਹੁੰਦੀ ਹੈ। ਤੇ ਦੇਖਿਓ ਕਦੀ ਉਹ ਬੱਚੇ ਜਿਹੜੇ ਨੇ ਛੋਟੇ ਛੋਟੇ ਕੀੜੇ ਪਕੜ ਕੇ, ਟਿੱਡੇ ਪਕੜ ਕੇ ਉਹਨਾਂ ਦੇ ਮੂੰਹ ਵਿੱਚ ਸੂਲ ਪਾ ਕੇ, ਧਾਗਾ ਪਾ ਕੇ ਉਹਨਾਂ ਨੂੰ ਘੁਮਾਉਂਦੇ ਨੇ। ਫਿਰ ਸੂਐ ਚਾੜ ਪਵਾਈਏ ਜੰਤ। ਇੱਕ ਸੂਆ ਨਾਮਕ ਦੇਵੀ ਦੱਖਣ ਦੇਸ਼ ਦੇ ਵਿੱਚ ਉਹਦਾ ਮੰਦਿਰ ਹੈ, ਜਿਸ ਦੇ ਨਾਲ ਕਈ ਪ੍ਰਕਾਰ ਦੇ ਲੋਕਾਂ ਦੇ ਖਿਆਲ ਜੁੜੇ ਹੋਏ ਨੇ। ਇੱਕ ਅੰਧ ਵਿਸ਼ਵਾਸ ਜੁੜਿਆ ਹੋਇਆ ਹੈ ਕਿ ਜੇ ਕਿਸੇ ਦੇ ਬੱਚਾ ਨਹੀਂ ਸੀ ਜਨਮ ਲੈਂਦਾ ਤਾਂ ਉੱਥੇ ਸੁਖਨਾ ਸੁਖਦੇ ਸਨ ਜਾ ਕਰਕੇ। ਫਿਰ ਜਦੋਂ ਘਰ ਦੇ ਵਿੱਚ ਬੱਚੇ ਨੇ ਜਨਮ ਲੈਣਾ ਤਾਂ ਉਸ ਸੂਆ ਦੇਵੀ ਤੇ ਜਾਣਾ ਸੁਖਨਾ ਲਾਉਣ ਵਾਸਤੇ। ਤੇ ਉੱਥੇ ਇਸ ਤਰ੍ਹਾਂ ਵੀ ਜ਼ਿਕਰ ਕਰਦੇ ਨੇ ਕਿ ਉਹ ਸੂਆ ਦੇਵੀ ਦੀ ਮੂਰਤੀ ਜਿਹੜੀ ਸੀ ਉਹਦੇ ਉੱਤੇ ਬੱਚੇ ਨੂੰ ਲਿਟਾ ਕਰਕੇ ਘੁਮਾਇਆ ਜਾਂਦਾ ਸੀ। ਜੇ ਤਾਂ ਬੱਚਾ ਜਿਹੜਾ ਹੈ ਉਹ ਹੱਸਣ ਲੱਗ ਪਵੇ ਤੇ ਉਹਨੂੰ ਅਪਸ਼ਗਨ ਮੰਨਦੇ ਸੀ ਕਿ ਇਹ ਬਚੇਗਾ ਨਹੀਂ। ਤੇ ਜੇ ਬੱਚਾ ਘੁੰਮਦਾ ਹੋਇਆ ਬੇਹੋਸ਼ ਹੋ ਜਾਏ ਜਾਂ ਰੋਣ ਲੱਗ ਪਵੇ ਤੇ ਸਮਝਿਆ ਜਾਂਦਾ ਸੀ ਇਹਦੀ ਬੜੀ ਲੰਮੀ ਉਮਰ ਹੈ। ਫਿਰ ਇਸ ਤਰ੍ਹਾਂ ਵੀ ਕੀਤਾ ਜਾਣ ਲੱਗਾ। ਉੱਥੇ ਇੱਕ ਵਿਸ਼ੇਸ਼ ਸਾਧਨ ਜਿਹੜਾ ਸੀ, ਜਿਵੇਂ ਕਹਿ ਲਈਏ ਚੰਡੋਲ ਨਾਮਕ, ਉਹ ਲਾ ਦਿੱਤਾ ਗਿਆ। ਉਹਦੇ ਉੱਤੇ ਵੀ ਬੱਚਾ ਜਿਹੜਾ ਸੀ ਕਈ ਤਰੀਕਿਆਂ ਦੇ ਨਾਲ ਬੱਚੇ ਨੂੰ, ਮਤਲਬ ਇਹ ਸੀ ਉਹਨੂੰ ਘੁਮਾਉਣਾ ਕਿਸੇ ਵੀ ਤਰੀਕੇ ਦੇ ਨਾਲ। ਜਦੋਂ ਉਹਨੂੰ ਘੁਮਾਇਆ ਜਾਂਦਾ ਸੀ, ਜੇ ਉਹ ਰੋ ਪਿਆ, ਬੇਹੋਸ਼ ਹੋ ਗਿਆ, ਤੇ ਉਹਨੂੰ ਚੰਗਾ ਸਮਝਿਆ ਜਾਂਦਾ ਸੀ। ਤਾਂ ਸਾਹਿਬ ਇੱਕ ਉਸ ਅੰਧ ਵਿਸ਼ਵਾਸ ਦੇ ਉੱਪਰ ਵੀ ਇੱਥੇ ਚੋਟ ਮਾਰਦੇ ਨੇ। ਫਿਰ ਤੁਸੀਂ ਚੰਡੋਲ, ਵੱਖ-ਵੱਖ ਸ਼ਬਦ ਉਹਨੂੰ ਵਰਤੇ ਜਾਂਦੇ। ਚੰਡੋਲ ਸ਼ਬਦ ਵੀ ਕਹਿੰਦੇ ਆਪਾਂ, ਮੇਲਿਆਂ ਦੇ ਵਿੱਚ ਲੱਗਦੇ ਨੇ। ਝੂਲਾ ਸ਼ਬਦ ਵੀ ਉਹਨੂੰ ਕਹਿੰਦੇ ਆ, ਜਿਹੜਾ ਇੱਕ ਵੱਡਾ ਲੋਹੇ ਦਾ ਰੌੜ ਹੈ ਤੇ ਉਹਦੇ ਉੱਪਰ ਗੋਲ ਆਕਾਰ ਦੇ ਵਿੱਚ ਉਹ ਬਣਿਆ ਹੋਇਆ, ਜਿਸ ਦੇ ਵਿੱਚ ਬੈਠਣ ਦੇ ਵਾਸਤੇ ਸੋਹਣੇ ਸੋਹਣੇ ਪ੍ਰਬੰਧ ਵੀ ਉਹਨਾਂ ਵੱਲੋਂ ਕੀਤੇ ਜਾਂਦੇ ਨੇ। ਕੁਰਸੀਆਂ ਲੱਗੀਆਂ, ਕੁਰਸੀਆਂ ਟਾਈਪ ਉਹ ਬਣਾਏ ਹੁੰਦੇ ਨੇ, ਕੈਬਨ, ਜਿਨ੍ਹਾਂ ਦੇ ਵਿੱਚ ਬੈਠ ਕੇ ਬੰਦਾ ਘੁੰਮਦਾ ਹੈ। ਬਹੁਤ ਉੱਚੇ ਉੱਚੇ ਚੰਡੋਲ ਝੂਲੇ ਜਿਹੜੇ ਮੇਲਿਆਂ ਦੇ ਵਿੱਚ, ਸਰਕਸ ਦੇ ਵਿੱਚ ਆਪਾਂ ਵੇਖਦੇ ਹਾਂ, ਉਹਦੇ ਵਿੱਚ ਬਹਿ ਕਰਕੇ ਵੀ ਬੰਦਾ ਕਿੰਨਾ ਕਿੰਨਾ ਸਮਾਂ ਬਿਲਕੁਲ ਗੋਲਾਕਾਰ ਦੇ ਵਿੱਚ ਘੁੰਮਦਾ ਹੈ। ਤਾਂ ਸਾਹਿਬ ਇੱਕ ਉਧਰ ਵੀ ਚੋਟ ਮਾਰਦੇ ਨੇ। ਫਿਰ ਪਾਰਕਾਂ ਦੇ ਵਿੱਚ ਤੁਸੀਂ ਦੇਖਿਆ ਹੋਵੇ, ਜ਼ਮੀਨ ਦੇ ਵਿੱਚ ਇੱਕ ਲੋਹੇ ਦਾ ਮੋਟਾ ਰੌੜ ਗੱਡਿਆ,
ਉਹਦੇ ਇਰਦ ਗਿਰਦ 4 ਜਾਂ 5 ਜਾਂ 6 ਪਾਈਪਾਂ ਕੱਢ ਕੇ ਅਲੱਗ-ਅਲੱਗ ਤਰੀਕੇ ਸਾਰੀਆਂ ਥਾਵਾਂ ਦੇ 5-6 ਪਾਈਪਾਂ ਕੱਢ ਕੇ ਉਹਨਾਂ ਤੇ ਛੋਟੇ-ਛੋਟੇ ਕੁਰਸੀ ਟਾਈਪ ਬੈਠਣ ਦੇ ਆ ਜਿਹੜੇ ਸਾਧਨ ਨੇ ਉਹ ਲਗਾਏ ਜਾਂਦੇ ਨੇ, ਪਲੇਟਾਂ, ਤੇ ਉਹਦੇ ਉੱਤੇ ਬੱਚੇ ਬੈਠ ਕਰਕੇ ਘੁਮਾਉਂਦੇ ਨੇ ਆਪਣੇ ਆਪ ਨੂੰ, ਜ਼ਮੀਨ ਤੇ ਪੈਰ ਲਾ ਲੈਂਦੇ ਨੇ ਇੱਕ ਦਫਾ, ਫਿਰ ਸਾਰੇ ਆਪਣੇ ਆਪ ਨੂੰ ਘੁਮਾਉਂਦੇ ਜਾਂ ਕੋਈ ਸਹਾਇਕ ਜਿਹੜਾ ਉਹ ਪਕੜ ਕੇ ਘੁਮਾ ਦਿੰਦਾ ਹੈ, ਤੇ ਉਹ ਬੱਚੇ ਜਿਹੜੇ ਪਾਰਕ ਦੇ ਵਿੱਚ ਦੇਖੀ ਦੇ ਉਹ ਗੋਲਾਕਾਰ ਦੇ ਵਿੱਚ ਘੁੰਮੀ ਜਾਂਦੇ ਨੇ। ਸੋ ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਜੇ ਗੱਲ ਕੇਵਲ ਘੁੰਮਣ ਦੇ ਉੱਤੇ ਟਿਕੀ ਹੈ ਤਾਂ ਸੂਐ ਚਾੜ ਭਵਾਈਐ ਜੰਤ। ਫਿਰ ਇੱਕ ਜੰਗਮ ਨਾਮ ਦੇ ਫਕੀਰ, ਉਹਨਾਂ ਦੇ ਪਰਥਾਏ ਵੀ ਆਉਂਦਾ ਹੈ ਕਿ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਕੁਝ ਕਸ਼ਟ ਵੀ ਦਿੰਦੇ ਨੇ ਕਿ ਸੂਲੀ ਤੇ ਚੜਾ ਕਰਕੇ ਭਵਾਉਣਾ। ਫਿਰ ਉਹਨਾਂ ਦੇ ਇੰਜ ਵੀ ਪੜ੍ਹਨ ਵਿੱਚ ਆਉਂਦਾ ਹੈ ਕਿ ਉਹ ਇੱਕ ਥਾਲੀ ਨੂੰ ਆਕਾਸ਼ ਦੇ ਵਿੱਚ ਸੁੱਟ ਕੇ ਉਹਨੂੰ ਵਾਪਸ ਜਦੋਂ ਜ਼ਮੀਨ ਤੇ ਆਉਂਦੀ ਉਹਦੇ ਥੱਲੇ ਇੱਕ ਸੂਲ ਕਰ ਦਿੰਦੇ ਨੇ, ਉਹ ਸੂਲ ਦੇ ਉੱਤੇ ਉਹਨੂੰ ਟਿਕਾ ਲੈਂਦੇ ਨੇ, ਫਿਰ ਕਿੰਨਾ ਦਫਾ ਉਸ ਥਾਲੀ ਨੂੰ ਘੁਮਾਈ ਜਾਂਦੇ ਨੇ। ਕਈ ਲੋਕ ਤੁਸੀਂ ਦੇਖਿਆ ਹੋਏਗਾ ਉਂਗਲ ਤੇ ਥਾਲੀ ਵੀ ਘੁਮਾਉਂਦੇ ਨੇ, ਉਂਗਲ ਤੇ ਚੱਕਰ ਵੀ ਘੁਮਾਉਂਦੇ ਹਨ। ਫਿਰ ਇਸ ਤਰ੍ਹਾਂ ਜੇ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਪੁਰਾਣੇ ਸਮਿਆਂ ਦੇ ਅੰਦਰ, ਜੋ ਫਾਂਸੀ ਦੀ ਸਜ਼ਾ ਵੀ ਅੱਜ ਦਿੱਤੀ ਜਾਂਦੀ ਉਸ ਵਕਤ ਵੀ, ਪਰ ਸਭ ਤੋਂ ਦਰਦਨਾਕ ਸਜ਼ਾ ਜਿਹੜੀ ਹੁੰਦੀ ਸੀ ਉਹ ਸੂਲ ਤੇ ਚੜਾਇਆ ਜਾਂਦਾ ਸੀ, ਜਿਹਨੂੰ ਆਪਾਂ ਕਈ ਵਾਰ ਆਮ ਸ਼ਬਦ ਕਹਿੰਦੇ, ਕਿਸੇ ਨੂੰ ਥੋੜਾ ਦੁੱਖ ਹੋਵੇ ਤੇ ਆਪਾਂ ਕਹਿੰਦੇ ਰੱਬ ਦਾ ਭਾਣਾ ਹੈ, ਕੀ ਪਤਾ ਉਹਨੇ ਸੂਲ ਦੀ ਸੂਈ ਬਣਾ ਕੇ ਰੱਖ ਦਿੱਤੀ ਹੋਵੇ। ਸੂਲ ਦੇ ਉੱਤੇ ਚੜਾ ਕਰਕੇ ਵੀ ਚੋਰਾਂ ਨੂੰ ਜਾਂ ਕੁਝ ਅਪਰਾਧੀ ਲੋਕ ਜਿਹੜੇ ਹੁੰਦੇ ਸਨ ਉਹਨਾਂ ਨੂੰ ਘੁਮਾ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਤਾਂ ਸਾਹਿਬ ਇਹਨਾਂ ਸਾਰਿਆਂ ਦੇ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਸੂਐ ਚਾੜ ਭਵਾਈਐ ਜੰਤ, ਭਾਵੇਂ ਇੱਕ ਕੀੜੇ ਇੱਕ ਟਿੱਡੇ ਦੀ ਗੱਲ ਹੈ, ਭਾਵੇਂ ਕਿਸੇ ਬਾਜ਼ੀਗਰ ਦੀ ਗੱਲ ਹੈ, ਭਾਵੇਂ ਖੇਡਦੇ ਹੋਏ ਬੱਚੇ ਇੱਕ ਚੰਡੋਲ ਦੇ ਉੱਤੇ ਝੂਟਦੇ ਨੇ, ਭਾਵੇਂ ਉਸ ਦੇਵੀ ਦੀ ਗੱਲ ਹੈ, ਸਾਹਿਬ ਕਹਿੰਦੇ ਆਖਰ ਤੇ ਸਾਰਾ ਕੁਝ ਜਿਹੜਾ ਹੈ ਉਹ ਘੁੰਮਦਾ ਹੀ ਪਿਆ ਹੈ। ਨਾਨਕ ਭੌਂਦੇ ਆ ਗਣਤ ਨਾ ਅੰਤ, ਇਹ ਕਿੰਨਾ ਕੁ ਭੌਂਦੇ ਪਏ ਨੇ, ਇਸ ਗੱਲ ਦੀ ਕੋਈ ਗਿਣਤੀ ਨਹੀਂ, ਕਿੰਨੇ ਕੁ ਚੱਕਰ ਜਿਹੜੇ ਨੇ ਖਾ ਜਾਂਦੇ ਨੇ, ਇਸ ਗੱਲ ਦੀ ਕੋਈ ਗਿਣਤੀ ਨਹੀਂ ਹੈ, ਕਿੰਨਾ ਕੁ ਘੁੰਮ ਜਾਂਦੇ ਹਨ, ਤਾਂ ਕਦੋਂ ਦੇ ਘੁੰਮਦੇ ਪਏ ਨੇ। ਇਹ ਚੀਜ਼ਾਂ ਕੋਈ ਅੱਜ ਤੇ ਨਹੀਂ ਹਨ ਕਿ ਇਹ ਚੀਜ਼ਾਂ ਕੋਈ ਅੱਜ ਸਾਲ 200 500 ਸਾਲ ਪਹਿਲਾਂ ਦੀ ਕਾਢ ਹੈ, ਬਹੁਤ ਪੁਰਾਣੀਆਂ ਜੇ ਕਹਿ ਸਕਦੇ ਯੁੱਗਾਂ ਤੋਂ ਇਹ ਚੀਜ਼ਾਂ ਜਿਹੜੀਆਂ ਇਸ ਧਰਤੀ ਦੇ ਉੱਤੇ ਪ੍ਰਚਲਿਤ ਨੇ। ਚੱਕੀਆਂ ਕੋਈ ਅੱਜ ਨਹੀਂ ਚੱਲਦੀਆਂ, ਝੂਲੇ ਕੋਈ ਅੱਜ ਨਹੀਂ ਚੱਲਦੇ, ਘੁਮਿਆਰ ਦਾ ਚੱਕ ਕੋਈ ਅੱਜ ਨਹੀਂ ਘੁੰਮਣਾ ਸ਼ੁਰੂ ਹੋਇਆ, ਪੌਣ ਚੱਕੀਆਂ ਜਿਹੜੀਆਂ ਕੋਈ ਅੱਜ ਨਹੀਂ, ਵਾਵਰੂਲੇ ਕੋਈ ਅੱਜ ਨਹੀਂ ਚੱਲਣੇ ਸ਼ੁਰੂ ਹੋਏ। ਤਾਂ ਸਭ ਕਹਿੰਦੇ ਭੌਂਦੇ ਆ ਗਣਤ ਨਾ ਅੰਤੇ, ਕਦੋਂ ਤੋਂ ਭੌਂਦੇ ਪਏ ਨੇ, ਜਾਂ ਜਦੋਂ ਭੌਂਦੇ ਨੇ ਤਾਂ ਇਹਨਾਂ ਦੇ ਚੱਕਰਾਂ ਦੀ ਕੋਈ ਗਿਣਤੀ ਨਹੀਂ ਆ ਸਕਦੀ। ਬੰਧਨ ਬੰਧ ਭਵਾਏ ਸੋਏ, ਸਭ ਕਹਿੰਦੇ ਹਕੀਕਤ ਇਹ ਹੈ ਕਿ ਜਿਤਨੇ ਜੀਵ ਹਨ ਆਪਾਂ ਸਾਰੇ ਇਸ ਧਰਤੀ ਦੇ ਉੱਤੇ ਬੰਧਨ ਬੰਧ, ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਨੇ ਸਾਡੇ ਕੀਤੇ ਹੋਏ ਕਰਮਾਂ ਦੇ ਬੰਧਨ ਦੇ ਵਿੱਚ ਬੰਨ੍ਹ ਕੇ ਭਵਾਏ ਸੋਏ, ਅਕਾਲ ਪੁਰਖ ਪਰਮੇਸ਼ਰ ਸਾਨੂੰ ਭਵਾ ਰਿਹਾ। ਉੱਪਰਲੀਆਂ ਉਦਾਹਰਨਾਂ ਦੇ ਕਰਕੇ ਸਾਹਿਬ ਜੀ ਨੇ ਇਹ ਸਮਝਾਇਆ ਕਿ ਹਰ ਇੱਕ ਸ਼ੈ ਜਿਹੜੀ ਉਹ ਘੁੰਮਦੀ ਪਈ ਹੈ। ਤੇ ਜੇ ਹੁਣ ਆਪਾਂ ਜੀਵ ਕਹੀਏ ਵੀ ਅਸੀਂ ਤਾਂ ਸਾਰਾ ਦਿਨ ਟਿਕੇ ਹੀ ਰਹਿੰਦੇ ਹਾਂ, ਸਾਹਿਬ ਕਹਿੰਦੇ ਨਹੀਂ, ਤੂੰ ਵੀ ਭੌਂਦਾ ਫਿਰਦਾ ਹੈ। ਕਿਉਂਕਿ ਇੱਕ ਤਾਂ ਦੇਖੋ ਆਪਾਂ ਸਾਰਾ ਦਿਨ ਕਦੀ ਆਪਣੀ ਕਿਰਤ ਦੇ ਪਿੱਛੇ ਭੌਂਦੇ ਫਿਰਦੇ ਹਾਂ, ਘੁੰਮਦੇ ਹੀ ਫਿਰਦੇ ਹਾਂ ਸਾਰਾ ਦਿਨ, ਜਿਉਂ ਘਰੋਂ ਨਿਕਲੇ ਪਤਾ ਹੀ ਨਹੀਂ, ਬਾਜ਼ਾਰ ਦੇ ਵਿੱਚ ਆਪਣੇ ਰੁਜ਼ਗਾਰ ਦੇ ਵਿੱਚ ਕਿੰਨਾ, ਕਈ ਦਫਾ ਆਪਣੀ ਕੰਪਨੀ ਦੇ ਵਿੱਚ ਬੰਦਾ ਛੋਟੀ ਜਿਹੀ ਜਗ੍ਹਾ ਉੱਤੇ ਸਾਰੇ ਦਿਨ 'ਚ 2-3 ਕਿਲੋਮੀਟਰ ਤੁਰ ਲੈਂਦਾ, ਇੱਥੋਂ ਚੀਜ਼ ਉੱਥੇ ਰੱਖਿਆ, ਉੱਥੋਂ ਉੱਥੇ ਰੱਖਿਆ, ਉੱਧਰੋਂ ਇੱਧਰ ਚਲਾ ਜਾ, ਇੱਧਰੋਂ ਉੱਧਰ ਚਲਾ ਜਾ, ਪਤਾ ਹੀ ਨਹੀਂ ਲੱਗਦਾ ਸਾਰਾ ਦਿਨ ਕਿੰਨਾ ਤੁਰ ਲੈਂਦਾ। ਇੱਕ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਬੰਦਾ ਸਾਰੇ ਦਿਨ ਵਿੱਚ ਕਈ ਦਫਾ ਕਿਲੋਮੀਟਰਾਂ ਦੇ ਹਿਸਾਬ ਨਾਲ ਤੁਰ ਲੈਂਦਾ, ਵੀ ਆਪਣੇ ਬੈਡਰੂਮ ਤੋਂ ਕਿਚਨ ਤੱਕ ਚਲੇ ਜਾਣਾ, ਉੱਥੋਂ ਹਾਲ ਤੱਕ ਚਲੇ ਜਾਣਾ, ਕਦੀ ਦਰਵਾਜ਼ੇ ਤੱਕ ਚਲੇ ਜਾਣਾ, ਕਦੀ ਬਾਥਰੂਮ ਚਲੇ ਜਾਣਾ। ਇਹ ਛੋਟੇ-ਛੋਟੇ ਕਦਮਾਂ ਦੀ ਗਿਣਤੀ ਵੀ ਕਈ ਵਾਰ ਕਿਲੋਮੀਟਰਾਂ ਦੇ ਵਿੱਚ ਬਦਲ ਜਾਂਦੀ ਹੈ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਹਰ ਇੱਕ ਜੀਵ ਜਿਹੜਾ ਬੰਧਨ ਬੰਧ ਭਵਾਏ ਸੋਏ, ਉਹ ਅਕਾਲ ਪੁਰਖ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਬੰਧਨਾਂ ਵਿੱਚ ਪਾ ਕਰਕੇ ਘੁਮਾ ਰਿਹਾ ਹੈ। ਭਾਵੇਂ ਅਸੀਂ ਇਸ ਮਨੁੱਖਾ ਜੀਵਨ ਦੇ ਅੰਦਰ ਭੌਂਦੇ ਫਿਰਦੇ ਹਾਂ, ਕੋਈ ਰੁਜ਼ਗਾਰ ਮਗਰ ਭੌਂਦਾ ਹੈ, ਕੋਈ ਵਾਸ਼ਨਾ ਵਿੱਚ ਗਰਸਿਆ ਹੋਇਆ ਭੌਂਦਾ ਹੈ, ਕਿਉਂਕਿ ਜਿਹੜਾ ਵਾਸ਼ਨਾ ਵਿੱਚ ਗਰਸਿਆ ਉਹ ਵੇਸਵਾ ਦੇ ਮਗਰ ਭੌਂਦਾ ਫਿਰਦਾ ਹੈ, ਲੋਭੀ ਧਨ ਦੇ ਮਗਰ ਭੌਂਦਾ ਫਿਰਦਾ ਹੈ, ਕਾਮੀ ਕਾਮ ਦੇ ਮਗਰ ਭੌਂਦਾ ਫਿਰਦਾ ਹੈ। ਉਸ ਤੋਂ ਬਾਅਦ ਕਹਿ ਦਈਏ ਕ੍ਰੋਧੀ ਜਿਹੜਾ ਹੈ ਉਹ ਕਿਸੇ ਦੂਜੇ ਨੂੰ ਆਪਣੇ ਥੱਲੇ ਦਬਾਉਣ ਦੇ ਵਾਸਤੇ ਦਿਨ ਰਾਤ ਭੌਂਦਾ ਫਿਰਦਾ ਹੈ। ਹਰ ਮਨੁੱਖ ਭੌਂਦਾ ਹੈ। ਇਸ ਤੋਂ ਬਾਅਦ ਜਦੋਂ ਅਸੀਂ ਇਸ ਜਨਮ ਨੂੰ ਤਿਆਗਦੇ ਹਾਂ, ਗੁਰੂ ਕਿਰਪਾ ਕਰੇ ਕਿਤੇ ਮੁਕਤ ਹੋ ਜਾਈਏ, ਤੇ ਜੇ ਨਾ ਹੋਏ
ਤੇ ਫਿਰ ਸਾਰੀਆਂ 84 ਲੱਖ ਜੂਨਾਂ ਦੇ ਵਿੱਚ ਬਸ ਪਾਉਣਾ ਹੀ ਹੈ, ਚੱਕਰ ਹੀ ਹੈ, ਕੱਟੀ ਜਾ ਰਹੇ ਆ। ਇਸ ਤੋਂ ਪਹਿਲਾਂ ਵੀ ਕੱਟ ਕੇ ਆਏ ਹਾਂ, ਹੁਣ ਵੀ ਕੱਟ ਰਹੇ ਆ। ਇਸ ਲਈ ਗਰੀਬ ਨਵਾਜ ਸਾਹਿਬ ਕਹਿੰਦੇ ਉਹ ਕਰਤਾ ਪੁਰਖ ਪਰਮੇਸ਼ਰ ਸਾਰਿਆਂ ਨੂੰ ਬੰਧਨਾਂ 'ਚ ਪਾ ਕੇ ਪਵਾ ਰਿਹਾ। ਪੈ ਕਿਰਤ ਨਚੈ ਸਭ ਕੋਏ, ਇਹ ਸਾਰਾ ਕੁਝ ਜਿਹੜਾ ਨਾ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੀ ਕਿਰਤ ਦੇ ਦੁਆਰਾ ਨੱਚਦਾ ਪਿਆ। ਇੱਕ ਤਾਂ ਉਹਨੇ ਜਿਹੜੀ ਕਿਰਤ ਬਣਾਈ ਹੈ, ਤੇ ਇੱਕ ਮਨੁੱਖਾਂ ਦੇ ਵੱਲ ਜਦੋਂ ਇਸ਼ਾਰਾ ਕਰਾਂਗਾ ਤਾਂ ਪੈ ਕਿਰਤ ਨਚੈ ਸਭ ਕੋਏ। ਆਪਾਂ ਕਿਰਤ ਦੇ ਪਿੱਛੇ ਨੱਚਦੇ ਪਏ ਹਾਂ, ਆਪਾਂ ਕਮਾਈ ਦੇ ਪਿੱਛੇ, ਰੋਜ਼ੀ ਰੋਟੀ ਦੇ ਪਿੱਛੇ ਨੱਚਦੇ ਹਾਂ, ਸਾਰਾ ਦਿਨ ਭੌਂਦੇ ਫਿਰਦੇ ਹਾਂ, ਸੰਸਾਰ ਦੇ ਉੱਤੇ ਘੁੰਮਦੇ ਫਿਰਦੇ ਹਾਂ, ਦੁਨੀਆ ਭਰ ਦੇ ਭ੍ਰਮਣ ਕਰਦੇ ਫਿਰਦੇ ਹਾਂ। ਪਰ ਜਿਸ ਤਰ੍ਹਾਂ ਇੱਕ ਚੰਡੋਲ ਘੁੰਮ ਰਿਹਾ ਹੈ ਜਾਂ ਹੋਰ ਜਿਹੜੀਆਂ ਚੀਜ਼ਾਂ ਦਾ ਪਿੱਛੇ ਸਾਹਿਬ ਜੀ ਨੇ ਜ਼ਿਕਰ ਕੀਤਾ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਦੀ ਕਿਰਤ ਹੈ। ਕਿਉਂਕਿ ਇੱਕ ਘੁੰਮਦੀ ਹੋਈ ਪੌਣ ਚੱਕੀ ਜਿਹੜੀ ਹੈ, ਉਹਨੂੰ ਕਿਸੇ ਰੋਜ਼ੀ ਰੋਟੀ ਨਾਲ ਮਤਲਬ ਨਹੀਂ, ਪਰ ਉਹ ਕਰਤਾ ਪੁਰਖ ਦੀ ਕਿਰਤ ਹੈ, ਉਹਦੀ ਸਾਜੀ ਹੋਈ ਹੈ। ਇੱਕ ਵਾਵਰੋਲਾ ਘੁੰਮ ਰਿਹਾ ਹੈ ਤਾਂ ਉਹਨੂੰ ਆਪਣੀ ਰੋਜ਼ੀ ਰੋਟੀ ਦਾ ਕੋਈ ਮਤਲਬ ਨਹੀਂ ਹੈ ਕਿ ਮੈਂ ਕਹਾਂ ਕਿ ਉਹ ਕਿਸੇ ਰੋਜ਼ੀ ਰੋਟੀ ਦੀ ਖਾਤਰ ਘੁੰਮ ਰਿਹਾ, ਨਹੀਂ, ਉਹ ਕਰਤੇ ਦੀ ਕਿਰਤ ਹੈ, ਸਾਜੀ ਹੋਈ ਹੈ, ਉਹਨੇ ਖੇਡ ਹੈ ਉਹਦੀ। ਇਸ ਲਈ ਸਾਹਿਬ ਪਿੱਛੇ ਸਾਰਾ ਜ਼ਿਕਰ ਮੈਂ ਸੰਖੇਪ ਵਿੱਚ ਕਵਾਂ ਤਾਂ ਸਾਹਿਬ ਜੀ ਨੇ ਸਾਰਿਆਂ ਦਾ ਜ਼ਿਕਰ ਕਰਕੇ ਕਹਿ ਦਿੱਤਾ ਕਿ ਇਸ ਧਰਤੀ ਦੇ ਉੱਤੇ ਸਾਰਾ ਕੁਝ ਜਿਹੜਾ ਹੈ ਉਹ ਪਾਉਂਦਾ ਹੈ। ਪੰਖੀ ਪਾਉਂਦੀਆਂ ਲੈਣ ਨਾ ਸਾਹ, ਪੰਖੀ ਪਾਉਂਦੇ ਪਏ ਨੇ, ਵਾਵਰੋਲੇ ਪਾਉਂਦੇ ਨੇ, ਚਰਖਾ ਘੁੰਮਦਾ ਹੈ, ਕੋਹਲੂ ਘੁੰਮਦਾ ਹੈ, ਚੱਕੀ ਘੁੰਮਦੀ ਹੈ, ਚੱਕ ਘੁੰਮਦਾ ਹੈ, ਲਾਟੂ ਘੁੰਮਦਾ ਹੈ, ਮਧਾਣੀਆਂ ਘੁੰਮਦੀਆਂ, ਅਨਗਾਹ, ਅੰਨ ਨੂੰ ਗਾਉਣ ਦੇ ਵਾਸਤੇ ਉਹ ਜਿਹੜੇ ਫਲੇ ਨੇ, ਜਿਵੇਂ ਅੱਜ ਵੀ ਜਦੋਂ ਟਰੈਕਟਰ ਦੇ ਮਗਰ ਪਾਉਂਦੇ ਆ ਤੇ ਫਲੇ ਜਿਹੜੇ ਨੇ, ਜਾਂ ਉਹ ਬਲਦਾਂ ਦੇ ਨਾਲ ਜਦੋਂ ਖੇਤੀ ਕੀਤੀ ਜਾਂਦੀ ਸੀ, ਉਹ ਫਲਾ ਜਿਹੜਾ ਸੀ ਉਹ ਸਾਰੇ ਖੇਤ ਦਾ ਸਾਰਾ ਦਿਨ ਹੀ ਚੱਕਰ ਕੱਟਦਾ ਰਹਿੰਦਾ ਸੀ। ਫਿਰ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਹੁਣ ਜਿਵੇਂ ਸਮਝਿਓ ਚੱਕੀ ਘੁੰਮਦੀ ਹੈ ਤੇ ਚੱਕੀ ਨੂੰ ਇੱਕ ਹੱਥ ਘੁਮਾ ਰਿਹਾ, ਸਵਾਣੀ ਦਾਣੇ ਪਾਉਂਦੀ, ਇੱਕ ਹੱਥ ਨਾਲ ਚੱਕੀ ਘੁਮਾ ਰਹੀ, ਚੱਕੀ ਵੀ ਘੁੰਮਦੀ ਤੇ ਸਵਾਣੀ ਦਾ ਹੱਥ ਵੀ ਸਾਰਾ ਦਿਨ ਘੁੰਮ ਰਿਹਾ। ਘੁਮਿਆਰ ਦਾ ਚੱਕ ਘੁੰਮਦਾ, ਉਹਦੇ ਨਾਲ ਨਾਲ ਉਹਦੀ ਲੱਠ ਵੀ ਘੁੰਮਦੀ ਪਈ ਹੈ, ਉਹ ਚੱਕ ਦੇ ਵਿੱਚ ਪਿਆ ਹੋਇਆ ਮਿੱਟੀ ਦਾ ਪੇੜਾ ਵੀ ਘੁੰਮਦਾ ਪਿਆ। ਇਸੇ ਤਰ੍ਹਾਂ ਵਾਵਰੋਲਾ ਜੇ ਘੁੰਮਦਾ ਤਾਂ ਵਾਵਰੋਲੇ ਦੇ ਵਿੱਚ ਉੱਡਣ ਵਾਲੀਆਂ ਚੀਜ਼ਾਂ, ਭਾਵੇਂ ਉਹ ਕਾਗਜ਼ ਹਨ, ਕੁਛ ਵੀ ਹੈ, ਉਹ ਵੀ ਤੇ ਸਾਰਾ ਕੁਝ ਜਿਹੜਾ ਘੁੰਮਦਾ। ਜੇ ਮਧਾਣੀ ਘੁੰਮਦੀ ਹੈ ਤੇ ਚਾਟੀ ਦੇ ਵਿੱਚ ਪਿਆ ਹੋਇਆ ਦੁੱਧ ਵੀ ਤੇ ਘੁੰਮੀ ਜਾ ਰਿਹਾ ਨਾ। ਐਸਾ ਤੇ ਨਹੀਂ ਵੀ ਮਧਾਣੀ ਘੁੰਮੀ ਜਾ ਰਹੀ ਤੇ ਦੁੱਧ ਜਿਹੜਾ ਬਿਲਕੁਲ ਟਿਕ ਕੇ ਖੜਾ ਹੋਇਆ, ਦੁੱਧ ਵੀ ਘੁੰਮ ਰਿਹਾ। ਤਾਂ ਇਹ ਸਾਰਾ ਕੁਝ ਜਿਹੜਾ ਹੈ ਸਾਹਿਬ ਕਹਿੰਦੇ ਚੱਲ ਰਿਹਾ, ਤੇ ਇਹ ਸਾਰਾ ਕੁਝ ਕਰਤੇ ਦੀ ਖੇਡ ਹੈ। ਨੱਚ ਨੱਚ ਹੱਸਹਿ ਚੱਲਹਿ ਸੇ ਰੋਏ, ਤਾਂ ਸਾਹਿਬ ਕਹਿੰਦੇ ਸਾਰਾ ਕੁਝ ਨੱਚਦਾ ਪਿਆ ਤੇ ਪਿਆ ਕਿਰਤ ਨਚੈ ਸਭ ਕੋਈ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਨੱਚਦਾ ਪਿਆ। ਪਰ ਇਹ ਜੀਵ ਜਿਹੜਾ ਨੱਚ ਨੱਚ ਹੱਸਹਿ ਚੱਲਹਿ ਸੇ ਰੋਏ, ਹੁਣ ਬੜੇ ਲੋਕ ਜਿਹੜੇ ਸਿਰਫ ਸੰਸਾਰ ਤੇ ਨੱਚ ਕੇ ਹੀ ਚਲੇ ਗਏ। ਸਾਹਿਬ ਕਹਿੰਦੇ ਜੇ ਘੁੰਮਣ ਦੇ ਨਾਲ, ਨੱਚਣ ਦੇ ਨਾਲ, ਪਾਉਣ ਦੇ ਨਾਲ ਕਰਤਾ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਤੇ ਭਾਈ ਇਹ ਸਾਰਾ ਕੁਝ ਹੁਣ ਤੱਕ ਮੁਕਤ ਹੋ ਜਾਣਾ ਚਾਹੀਦਾ ਸੀ ਨਾ। ਕਿੰਨੀਆਂ ਚੀਜ਼ਾਂ ਦੀਆਂ ਉਦਾਹਰਨਾਂ ਦੇਤੀਆਂ ਸਾਹਿਬ ਨੇ, ਉਹ ਸਾਰਾ ਕੁਝ ਹੁਣ ਤੱਕ ਛੁੱਟ ਜਾਣਾ ਚਾਹੀਦਾ ਸੀ, ਮੁਕਤ ਹੋ ਜਾਣਾ ਚਾਹੀਦਾ ਸੀ। ਪਰ ਇਸ ਜੀਵ ਦਾ ਦੁਖਾਂਤ, ਬੜੇ ਲੋਕ ਸੰਸਾਰ ਦੇ ਉੱਤੇ ਨੱਚ ਨੱਚ ਹੱਸਹੇ ਨੱਚਦੇ ਨੇ ਤੇ ਨੱਚਦਿਆਂ ਹੋਇਆਂ ਹੱਸਦੇ ਨੇ, ਕਿਉਂਕਿ ਕਦੀ ਵੀ ਬੰਦਾ ਨੱਚਦਿਆਂ ਹੋਇਆਂ ਰੋਂਦਾ ਨਹੀਂ ਹੈ। ਇਹ ਇੱਥੋਂ ਤੱਕ ਨੱਚਦੇ ਹੋਏ ਨੂੰ ਵੇਖਣ ਵਾਲਾ ਵੀ ਹੱਸਦਾ ਹੈ। ਜਦੋਂ ਚਾਰ ਲੋਕ ਨੱਚਦੇ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਕੋਈ 150 ਦੇਖ ਰਿਹਾ, ਉਹ ਉਸ ਤੋਂ ਵੀ ਜ਼ਿਆਦਾ ਖੁਸ਼ ਹੋ ਰਹੇ ਹੁੰਦੇ ਨੇ। ਨੱਚਣ ਵਾਲਾ ਵੀ ਖੁਸ਼ ਤੇ ਨੱਚਦਿਆਂ ਨੂੰ ਦੇਖਣ ਵਾਲੇ ਵੀ ਖੁਸ਼। ਪਰ ਦੁਖਾਂਤ ਇਸ ਗੱਲ ਦਾ ਹੈ ਕਿ ਨੱਚਣ ਵਾਲੇ ਦੀ ਹੋ ਸਕਦਾ ਕੋਈ ਮਜਬੂਰੀ ਹੋਵੇ, ਉਹ ਨੱਚਣਾ ਨਹੀਂ ਚਾਹੁੰਦਾ, ਤੇ ਨੱਚਦਿਆਂ ਹੋਇਆਂ ਸ਼ਾਇਦ ਉਹ ਹੱਸਣਾ ਵੀ ਨਹੀਂ ਚਾਹੁੰਦਾ ਹੁੰਦਾ। ਉਹਦੇ ਹਾਸੇ ਮਗਰ ਬੜੇ ਦੁੱਖ ਹੁੰਦੇ ਨੇ, ਪਰ ਉਹਦੀ ਰੋਜ਼ੀ ਰੋਟੀ, ਉਹਦੀ ਕੋਈ ਮਜਬੂਰੀ ਹੁੰਦੀ ਹੈ। ਪਰ ਮਾਫ ਕਰਿਓ, ਕਈ ਦਫਾ ਆਪਣੇ ਵਰਗੇ ਲੋਕ ਉਹਨਾਂ ਦੇ ਸਾਹਮਣੇ ਕੁਰਸੀਆਂ ਤੇ ਬਹਿ ਕਰਕੇ, ਉਹਨਾਂ ਦੇ ਤਨ ਨੂੰ ਤੱਕ ਕੇ, ਉਹਨਾਂ ਦੇ ਨੱਚਣ ਨੂੰ ਤੱਕ ਕੇ ਬਹੁਤ ਜ਼ਿਆਦਾ ਆਪਣੇ ਅੰਦਰੋਂ ਖੁਸ਼ ਹੋ ਰਹੇ ਹੁੰਦੇ ਨੇ। ਤਾਂ ਸਾਹਿਬ ਕਹਿੰਦੇ ਇਹ ਸਾਰੇ ਜਿਹੜੇ ਨੇ ਨਾ, ਇਹਨਾਂ ਦਾ ਅੰਤ ਕੀ ਚੱਲਹਿ ਸੇ ਰੋਏ, ਹੱਸਦੇ ਬਹੁਤ ਹੋ, ਪਰ ਸੱਚ ਇਹ ਹੈ ਜਿਸ ਦਿਨ ਸੰਸਾਰ ਤੋਂ ਚੱਲਦੇ ਨੇ ਉਸ ਦਿਨ ਰੋਣਾ ਪੱਲੇ ਵਿੱਚ ਹੈ। ਭਾਵ ਇੱਕ ਤਾਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਸਿਰਫ ਹੱਸੇ, ਕਿਹਨੂੰ? ਲੋਕਾਂ ਦੇ ਤਨ ਦੇਖ ਕਰਕੇ, ਇੱਕ ਮਨੋਰੰਜਨ ਦੇ ਸਾਧਨ ਅਪਣਾ ਕਰਕੇ ਹੱਸੇ, ਚੱਲਹਿ ਸੇ ਰੋਏ, ਚੱਲਣ ਲੱਗਿਆਂ ਰੋਏ। ਫਿਰ ਉਸ ਤੋਂ ਬਾਅਦ ਜਦੋਂ ਕਹੀਏ ਤਾਂ ਇੱਕ ਸੀਰੀਅਲ ਨੂੰ ਤੁਸੀਂ ਦੇਖ ਰਹੇ ਹੋ, ਫਰਜ਼ ਕਰੋ ਇੱਕ ਸੰਸਾਰੀ ਉਦਾਹਰਨ ਦੇਵਾਂ, ਤੁਸੀਂ ਕਿਸੇ ਫਿਲਮ ਨੂੰ ਦੇਖਿਆ, ਜਿੰਨਾ ਚਿਰ ਉਹਨੂੰ ਦੇਖਿਆ ਬੜਾ ਰੱਜ ਕੇ ਹੱਸੇ,
ਪਰ ਜਦੋਂ ਚੱਲਣ ਲੱਗੇ ਉਦੋਂ ਲੋਕ ਹੱਸਦਿਆਂ ਨਹੀਂ ਤੁਰਦੇ। ਕੋਈ ਇੱਕ ਅੱਧਾ ਜਿਹੜਾ ਥੋੜ੍ਹੀ ਦੇਰ ਉਸ ਸੀਨ ਨੂੰ ਚੇਤੇ ਕਰਕੇ ਹੱਸ ਰਿਹਾ, ਨਹੀਂ ਤਾਂ ਤੁਰਨ ਲੱਗਿਆਂ ਸਾਰਿਆਂ ਦੇ ਚਿਹਰੇ ਜਿਹੜੇ ਨੇ ਉਹ ਤਕਰੀਬਨ ਮਾਯੂਸ ਹੋਏ ਪਏ ਹੁੰਦੇ, ਕਿਉਂਕਿ ਜਿਸ ਚੀਜ਼ ਨੂੰ ਦੇਖ ਕੇ ਹੱਸ ਰਹੇ ਸੀ ਉਹ ਹੁਣ ਖਤਮ ਹੋ ਚੁੱਕੀ ਹੈ। ਇੱਕ ਸਟੇਜ ਦੇ ਉੱਤੇ ਲੋਕਾਂ ਨੂੰ ਹਸਾਉਣ ਵਾਲਾ ਚੱਲਹਿ ਸੇ ਰੋਏ ਜਦੋਂ ਚੱਲਣ ਲੱਗਦਾ ਹੈ, ਜ਼ਰੂਰੀ ਨਹੀਂ ਉਹ ਜਿੰਨਾ ਉੱਚੀ ਉੱਚੀ ਸਟੇਜ ਤੇ ਹੱਸਦਾ ਹੈ ਉਹ ਆਪਣੀ ਸਟੇਜ ਤੋਂ ਥੱਲੇ ਆ ਕੇ ਵੀ ਓਨਾ ਹੀ ਉੱਚੀ ਉੱਚੀ ਹੱਸਦਾ ਪਿਆ, ਉਸ ਵਕਤ ਉਹ ਵੀ ਰੋ ਰਿਹਾ। ਫਿਰ ਜਦੋਂ ਸੰਸਾਰ ਤੋਂ ਚੱਲਣ ਲੱਗਦੇ ਹਾਂ ਤਾਂ ਸਾਹਿਬ ਕਹਿੰਦੇ ਜਿਹੜੇ ਸਾਰੀ ਜ਼ਿੰਦਗੀ ਕੇਵਲ ਨੱਚਣ ਕੁੱਦਣ ਟੱਪਣ ਤੱਕ ਸੀਮਿਤ ਰਹਿ ਜਾਂਦੇ ਨੇ, ਕਰਤਾ ਅਕਾਲ ਪੁਰਖ ਦੀ ਬੰਦਗੀ ਉਹਦੀ ਇਬਾਦਤ ਨਹੀਂ ਕਰਦੇ, ਤਾਂ ਸਾਹਿਬ ਕਹਿੰਦੇ ਰੋਏ ਉਹ ਜਾਣ ਲੱਗਿਆਂ ਰੋਂਦੇ ਹਨ। ਤਾਂ ਜ਼ਿਕਰ ਕਰਦੇ ਉੱਡ ਨਾ ਜਾਹੀ ਸਿੱਧ ਨਾ ਹੋਏ, ਤਾਂ ਸਾਹਿਬ ਜੀ ਕਹਿਣ ਲੱਗੇ ਉੱਡ ਨਾ ਜਾਹੀ, ਕੇਵਲ ਇਹ ਮਨੋਰੰਜਨ ਕਰਨ ਵਾਲੇ, ਇਹ ਨੱਚਣ ਵਾਲੇ ਲੋਕ ਜਿਹੜੇ ਨੇ, ਜਾਂ ਇੰਜ ਕਹਿ ਦਈਏ ਜ਼ਿੰਦਗੀ ਦੇ ਵਿੱਚ ਕੇਵਲ ਆਪਣੀ ਖੁਸ਼ੀ ਤੱਕ ਸੀਮਿਤ ਰਹਿ ਗਏ ਲੋਕ ਜਿਹੜੇ ਬੰਦਗੀ ਨਾਲ ਜੁੜ ਨਾ ਸਕੇ, ਉੱਡ ਨਾ ਜਾਹੀ ਸਿੱਧ ਨਾ ਹੋਏ। ਇੱਕ ਤਾਂ ਆਪਣੇ ਜੀਵਨ ਦਾ ਕਾਰਜ ਸਿੱਧ ਨਾ ਹੋਏ, ਜੀਵਨ ਦਾ ਕਾਰਜ ਜਿਹੜਾ ਉਹ ਸਿੱਧ ਨਾ ਕਰ ਸਕੇ। ਉਹ ਕਾਰਜ ਕੀ ਸੀ? ਜਿਹਨੂੰ ਰੋਜ਼ ਗੁਰੂ ਕੇ ਬਚਨ ਪੜ੍ਹਦੇ ਹੋ, ਜਾ ਕੋ ਆਏ ਸੋਈ ਬਿਹਾਜਹੁ ਹਰ ਗੁਰ ਤੇ ਮਨਹਿ ਬਸੇਰਾ, ਕਿ ਜਿਸ ਕੰਮ ਲਈ ਆਏ ਹੋ ਉਸ ਕੰਮ ਨੂੰ ਕਰੋ। ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਤੇ ਇਸ ਲਈ ਸਾਹਿਬ ਜੀ ਕਹਿੰਦੇ ਉੱਡ ਨਾ ਜਾਹੀ। ਫਿਰ ਇਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ ਇਹ ਨਹੀਂ ਵੀ ਤੁਹਾਡੇ ਅੰਦਰ ਇੰਨੀ ਸ਼ਕਤੀ ਆ ਗਈ ਤੁਸੀਂ ਉੱਡ ਕੇ ਆਕਾਸ਼ ਵਿੱਚ ਜਾ ਸਕੋ, ਇਹ ਕੇਵਲ ਮਨ ਦੇ ਸਾਧਨ ਨੇ। ਇੱਕ ਨੱਚਣ ਵਾਲਾ ਇੰਨੀ ਸਮਰੱਥਾ ਨਹੀਂ ਰੱਖਦਾ ਵੀ ਉਹ ਉੱਡ ਕੇ ਆਕਾਸ਼ ਵਿੱਚ ਚਲਾ ਜਾਵੇ। ਫਿਰ ਇਸ ਤਰ੍ਹਾਂ ਵੀ ਵਿਦਵਾਨਾਂ ਅਰਥ ਕੀਤਾ ਉੱਡਣ ਜਾਹੀ, ਕਿ ਕੋਈ ਸਿੱਧ ਪੁਰਖ ਚਾਰ ਸ਼ਕਤੀਆਂ ਪ੍ਰਾਪਤ ਕਰਕੇ ਉੱਡਣਾ ਸ਼ੁਰੂ ਕਰ ਦਵੇ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਧਾਂ ਨਾਲ ਜਦੋਂ ਵਿਚਾਰ ਹੁੰਦੀ ਤੇ ਸਿੱਧ ਉੱਡ ਉੱਡ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਵਿਖਾਉਂਦੇ ਨੇ, ਆਪਣੀਆਂ ਚੀਜ਼ਾਂ ਆਕਾਸ਼ ਵਿੱਚ ਉਡਾ ਦਿੰਦੇ ਸਨ। ਤਾਂ ਸਾਹਿਬ ਕਹਿੰਦੇ ਸਾਰਾ ਕੁਝ ਕਰਨ ਦੇ ਨਾਲ ਵੀ ਸਿੱਧ ਨਾ ਹੋਏ, ਮੁਕਤੀ ਨਹੀਂ ਹੁੰਦੀ। ਜੇ ਤੁਸੀਂ ਕਹੋ ਇਹ ਸਾਰਾ ਕੁਝ ਅੱਜ ਜਿੰਨਾ ਉੱਪਰ ਦੱਸਿਆ, ਘੁੰਮਣ ਦੇ ਨਾਲ, ਪੁਆਟੀਆਂ ਲੈਣ ਦੇ ਨਾਲ, ਚੱਕਰ ਕੱਟਣ ਦੇ ਨਾਲ, ਸਾਰਾ ਕੁਝ ਕਰਨ ਦੇ ਨਾਲ ਅਸੀਂ ਮੁਕਤ ਹੋ ਜਾਈਏ, ਤਾਂ ਗਰੀਬ ਨੂੰ ਅੱਜ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ, ਇਹ ਤਾਂ ਸਿਰਫ ਮਨ ਦਾ ਇੱਕ ਚਾਅ ਹੈ, ਇਹ ਤਾਂ ਇੱਕ ਮਨੋਰੰਜਨ ਹੈ ਇਸ ਮਨ ਦਾ, ਇਹ ਤਾਂ ਇਸ ਇੱਕ ਮਨ ਨੂੰ ਖੁਸ਼ ਕਰਨ ਦਾ ਤਰੀਕਾ ਹੈ ਕਿ ਕੁਝ ਸਮੇਂ ਵਾਸਤੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ, ਇਹ ਮਨ ਦਾ ਚਾਅ ਹੈ। ਪਰ ਸਾਹਿਬ ਕਹਿੰਦੇ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਜਿਨ ਮਨ ਭਾਓ, ਜਿਨ੍ਹਾਂ ਦੇ ਮਨ ਵਿੱਚ ਕਰਤਾ ਅਕਾਲ ਪੁਰਖ ਪਰਮੇਸ਼ਰ ਦਾ ਖੌਫ ਹੈ ਨਾ, ਤਿਨਾ ਮਨ ਭਾਓ, ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਪ੍ਰੇਮ ਪੈਦਾ ਹੁੰਦਾ ਹੈ। ਜਿਸ ਦੇ ਅੰਦਰ ਖੁਦਾਏ ਖੌਫ ਕੋਈ ਨਹੀਂ ਹੈ, ਖੁਦਾ ਦਾ ਭੈ ਕੋਈ ਨਹੀਂ, ਜਿਹੜਾ ਇਹ ਕਹਿੰਦਾ ਵੀ ਆ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ, ਕਿਹੜਾ ਰੱਬ ਹੈ, ਕਿੰਨੇ ਸਜ਼ਾਵਾਂ ਦੇਣੀਆਂ ਨੇ, ਬਸ ਇੱਥੇ ਰੱਜ ਕੇ ਹੰਡਾਓ, ਖਾਓ ਪੀਓ, ਗਾਂ ਵੇਖੀ ਜਾਏਗੀ ਜੋ ਹੋਏਗਾ। ਹੁਣ ਉਹਦੇ ਅੰਦਰ ਕਿੱਥੋਂ ਪ੍ਰੇਮ ਪੈਦਾ ਹੋ ਜਾਏਗਾ ਪਰਮਾਤਮਾ ਦਾ? ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਖੌਫ ਹੈ, ਭੈ ਹੈ ਪਰਮਾਤਮਾ ਦਾ, ਉਹਨਾਂ ਦੇ ਮਨ ਅੰਦਰ ਉਹਦਾ ਪ੍ਰੇਮ ਪੈਦਾ ਹੁੰਦਾ, ਉਹਦਾ ਚਾਉ ਪੈਦਾ ਹੁੰਦਾ। ਤੇ ਨੱਚਣ ਕੁੱਦਣ ਦੇ ਨਾਲ ਭਗਤੀ ਨਹੀਂ ਹੁੰਦੀ। ਬੜੇ ਧਰਮ ਐਸੇ ਨੇ ਜਿਨ੍ਹਾਂ ਦੇ ਵਿੱਚ ਨੱਚਿਆ ਜਾਂਦਾ ਹੈ, ਕੋਈ ਆਪਣੇ ਭਗਵਾਨ ਅੱਗੇ ਨੱਚਦਾ ਹੈ, ਕੋਈ ਆਪਣੇ ਸਾਧੂ ਸੰਤ ਜਿਹਨੂੰ ਗੁਰੂ ਮੰਨਿਆ ਉਹਦੇ ਅੱਗੇ ਨੱਚਦੇ ਪਏ ਨੇ, ਕੋਈ ਆਪਣੇ ਦੇਵਤਿਆਂ ਅੱਗੇ ਨੱਚਦਾ ਪਿਆ, ਕੋਈ ਭਗਤੀ ਕਰਕੇ ਭੇਟਾਂ ਗਾ ਕੇ ਨੱਚਦਾ ਪਿਆ, ਕੋਈ ਕਿਸੇ ਤਰੀਕੇ ਨਾਲ ਰੁਝਾਉਣ ਦੀ ਕੋਸ਼ਿਸ਼ ਕਰਦਾ। ਇਹ ਮਨ ਦਾ ਚਾਅ ਹੋ ਸਕਦਾ ਹੈ, ਪਰ ਇਹ ਭਗਤੀ ਨਹੀਂ ਹੋ ਸਕਦੀ, ਇਹ ਬੰਦਗੀ ਨਹੀਂ ਹੋ ਸਕਦੀ, ਇਹ ਇਬਾਦਤ ਨਹੀਂ ਹੋ ਸਕਦੀ। ਤੇ ਇਹਦੇ ਵਿੱਚ ਖੌਫ ਵੀ ਕੋਈ ਨਹੀਂ ਰਹਿ ਜਾਂਦਾ, ਕਿਉਂਕਿ ਹੁਣ ਦੇਖੋ ਆਮ ਸੰਸਾਰ ਦੇ ਵਿੱਚ ਜੋ ਚੱਲਦਾ ਉਹਦੇ ਮੁਤਾਬਕ ਉਦਾਹਰਣ ਦੇਵਾਂ। ਇੱਕ ਪਾਸੇ ਕਿਹਾ ਜਾਂਦਾ ਹੈ ਸਾਡਾ ਭਗਵਾਨ ਹੈ, ਸਾਡਾ ਪਰਮੇਸ਼ਰ ਹੈ, ਸਾਡਾ ਖੁਦਾ ਕਹਿ ਦੇਵਾਂ, ਇਹ ਸਾਡਾ ਪਰਮੇਸ਼ਰ ਹੈ, ਭਗਵਾਨ ਹੈ, ਸਾਡਾ ਦੇਵਤਾ ਹੈ। ਦੂਸਰੇ ਸਾਹਮਣੇ ਉਹਦੇ ਸਾਹਮਣੇ ਨੱਚਿਆ ਜਾ ਰਿਹਾ ਦੂਸਰਾ, ਇੰਨੇ ਵੱਡੇ ਵੱਡੇ ਡੀਜੇ ਸਪੀਕਰ ਲਾ ਕੇ ਜੋ ਸੰਸਾਰ ਦੀ ਲੱਚਰਤਾ ਨਾਲ ਭਰਿਆ ਗਾਣਾ ਹੈ, ਉਸੇ ਗਾਣੇ ਦੀ ਟਿਊਨ ਦੇ ਉੱਤੇ ਬਣਾ ਕਰਕੇ ਧਾਰਮਿਕ ਜਿਹੜੇ ਸ਼ਬਦ ਵਰਤੇ ਜਾਂਦੇ ਨੇ, ਧਾਰਮਿਕ ਅਲਫਾਜ਼ ਵਰਤੇ ਜਾਂਦੇ ਨੇ, ਉਹਨਾਂ ਨੂੰ ਵਰਤ ਕੇ ਨੱਚਦੇ ਪਏ ਨੇ। ਜਿਸ ਤਰ੍ਹਾਂ ਦਾ ਨੱਚਣਾ ਇੱਕ ਪੈਲਸ ਦੇ ਵਿੱਚ ਹੈ, ਮਾਫ ਕਰਿਓ, ਉਸੇ ਤਰ੍ਹਾਂ ਦਾ ਨੱਚਣਾ ਉੱਥੇ ਹੋ ਜਾਂਦਾ ਹੈ। ਉਹੀ ਸਰੀਰ ਦੇ ਹਾਵ ਭਾਵ ਹੁੰਦੇ ਨੇ, ਉਹੀ ਸਰੀਰਾਂ ਦੇ ਇਸ਼ਾਰੇ ਬਣ ਜਾਂਦੇ ਨੇ। ਜਿਵੇਂ ਉੱਥੇ ਨੱਚਦੇ ਪਏ ਨੇ, ਭਾਵੇਂ ਉਹ ਆਪਸ ਦੇ ਵਿੱਚ ਰਿਸ਼ਤੇ ਹੋਣ ਜਾਂ ਦੂਰ ਦੁਰਾਡੇ ਦੇ ਹੋਣ,
ਉਵੇਂ ਹੀ ਇੱਥੇ ਨੱਚਦੇ ਪਏ ਨੇ। ਅੰਦਰਲਾ ਅਹਿਸਾਸ ਜਿਹੜਾ ਉਹ ਭਗਤੀ ਵਾਲਾ ਨਹੀਂ ਹੁੰਦਾ। ਇਸ ਕਰਕੇ ਉਸ ਦੇਵੀ, ਉਸ ਦੇਵਤੇ, ਉਸ ਭਗਵਾਨ ਦਾ ਕੋਈ ਖੌਫ ਹੀ ਨਹੀਂ ਮਨ 'ਚ ਰਹਿ ਜਾਂਦਾ ਵੀ ਜਿਹਦੇ ਸਾਹਮਣੇ ਨੱਚਦੇ ਪਏ ਆ, ਕਮ ਸੇ ਕਮ ਆਪਣੀਆਂ ਅੱਖਾਂ ਨੂੰ ਤੇ ਸੰਕੋਚ ਲਈਏ, ਕਮ ਸੇ ਕਮ ਆਪਣੀ ਵਾਸ਼ਨਾ ਨੂੰ ਤੇ ਸੰਕੋਚ ਲਈਏ, ਉਹਦੇ ਸਾਹਮਣੇ ਨੱਚ ਕੇ ਤੇ ਅੰਦਰ ਵਾਸ਼ਨਾ ਪੈਦਾ ਕਰਕੇ ਇੱਕ ਦੂਜੇ ਦੇ ਵੱਲ ਇਸ਼ਾਰੇ ਹੋ ਰਹੇ ਨੇ, ਜੋ ਆਮ ਸੰਸਾਰ ਦੇ ਵਿੱਚ ਤੱਕਦੇ ਆ ਆਪਾਂ ਸਾਰੇ। ਤਾਂ ਇਸ ਲਈ ਸਾਹਿਬ ਕਹਿੰਦੇ ਫਿਰ ਕਿੱਥੇ, ਜਦੋਂ ਭੈ ਹੀ ਨਹੀਂ, ਖੌਫ ਹੀ ਨਹੀਂ, ਤੇ ਉਹਦਾ ਪ੍ਰੇਮ ਜਿਹੜਾ ਉਹ ਕਿੱਥੇ ਪੈਦਾ ਹੋ ਜਾਊਗਾ। ਤੇ ਇਸ ਤਰ੍ਹਾਂ ਨੱਚਣ ਕੁੱਦਣ ਦੇ ਨਾਲ ਕਦੀ ਭਗਤੀਆਂ ਨਹੀਂ ਹੁੰਦੀਆਂ ਤੇ ਕਦੀ ਪਿਆਰੇ ਦੀ ਪ੍ਰਾਪਤੀ ਨਹੀਂ ਹੁੰਦੀ। ਪੌੜੀ ਅੰਦਰ ਵਾਰ ਅੰਦਰ ਸਾਹਿਬ ਕਹਿੰਦੇ, ਨਾਉ ਤੇਰਾ ਨਿਰੰਕਾਰ ਹੈ, ਨਾਏ ਲਇਐ ਨਰਕ ਨਾ ਜਾਈਐ। ਐ ਅਕਾਲ ਪੁਰਖ ਪਰਮੇਸ਼ਰ, ਤੇਰਾ ਨਾਮ ਜਿਹੜਾ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ ਤੇਰਾ ਨਾਮ। ਜਿਨ੍ਹਾਂ ਨੇ ਤੇਰਾ ਨਾਮ ਲਿਆ ਹੈ ਜਾਂ ਜੋ ਤੇਰਾ ਨਾਮ ਲੈਵਣਗੇ, ਨਰਕ ਨਾ ਜਾਈਐ, ਉਹ ਨਰਕਾਂ ਵਿੱਚ ਨਹੀਂ ਪੈਣਗੇ, ਉਹ ਦੁੱਖਾਂ ਵਿੱਚ ਨਹੀਂ ਪੈਣਗੇ। ਹਾਂ, ਇਹ ਹੈ ਕਿ ਇੱਕ ਨਰਕ ਜਿਹੜਾ ਇਸ ਸੰਸਾਰ ਤੇ ਭੋਗਿਆ ਜਾਂਦਾ ਹੈ, ਬਹੁਤ ਮਾੜੀ ਜ਼ਿੰਦਗੀ ਗੁਰਬਤ ਨਾਲ ਭਰੀ ਜਿਉਈਏ ਤੇ ਆਪਾਂ ਕਹਿੰਦੇ ਵੀ ਨਰਕ ਭੋਗਦਾ ਪਿਆ ਬੰਦਾ। ਤੇ ਪਰ ਇੱਕ ਨਰਕ ਤਨ ਨਾਲ ਭੋਗਿਆ ਜਾਂਦਾ, ਇੱਕ ਨਰਕ ਇਸ ਤੋਂ ਅਗਾਂਹ ਜਾ ਕਰਕੇ, ਜਿਹਨੂੰ ਕੁਝ ਲੋਕ ਮੰਨਦੇ ਕੁਝ ਨਹੀਂ, ਅਗਾਂਹ ਜਾ ਕਰਕੇ ਭੋਗਿਆ ਜਾਂਦਾ ਜੂਨਾਂ ਦੇ ਵਿੱਚ ਪੈ ਕਰਕੇ। ਤਾਂ ਇਸ ਤੋਂ ਗਾਹ ਜ਼ਿਕਰ ਕਰਾਂ, ਜਦੋਂ ਇਸ ਤਨ ਦੇ ਵਿੱਚ ਨਰਕ ਭੋਗਿਆ ਜਾ ਰਿਹਾ ਤਾਂ ਸਾਹਿਬ ਕਹਿੰਦੇ ਜੇ ਤੇਰੇ ਕੋਲ ਬੰਦਗੀ ਹੋਏ ਨਾ, ਤੇ ਸੱਚ ਇਹ ਹੈ ਉਸ ਨਿਰੰਕਾਰ ਦਾ ਨਾਮ ਲੈਣ ਦੇ ਨਾਲ ਨਰਕ ਦੇ ਵਿੱਚ ਨਾ ਜਾਈਏ। ਹੁਣ ਕਈ ਦਫਾ ਕੁਝ ਲੋਕ ਸਵਾਲ ਕਰਦੇ, ਫਲਾਣਾ ਬੜੀ ਬਾਣੀ ਪੜ੍ਹਦਾ, ਬਹੁਤ ਸੇਵਾ ਕਰਦਾ, ਪਰ ਫਿਰ ਵੀ ਉਹਦੇ ਕੋਲ ਦੁੱਖ ਕਿੰਨੇ ਨੇ ਜੀ। ਇੱਕ ਬੰਦਾ ਕਦੀ ਗੁਰੂ ਘਰ ਨਹੀਂ ਗਿਆ ਤੇ ਉਹਦੀ ਕੋਠੀ ਪਿੰਡ 'ਚ ਸਾਰਿਆਂ ਤੋਂ ਉੱਚੀ ਹੈ ਜੀ। ਅੱਤ ਦਾ ਉਹ ਬੰਦਾ ਮਾੜਾ ਹੈ ਤੇ ਫਿਰ ਵੇਖੋ ਜੀ ਕਿੰਨੇ ਸੁੱਖ ਸਾਧਨ ਨੇ ਉਹਦੇ ਘਰ ਦੇ ਅੰਦਰ। ਇੱਕ ਦਿਨ ਰਾਤ ਗੁਰੂ ਘਰ ਸੇਵਾ ਕਰਦਾ, ਬਾਣੀ ਪੜ੍ਹਦਾ, ਵੇਖੋ ਜੀ ਉਹਦੇ ਕੋਲ ਕਿੰਨੇ ਦੁੱਖ ਨੇ, ਉਹ ਤੇ ਨਰਕਾਂ ਵਾਲੀ ਜ਼ਿੰਦਗੀ ਜਿਉਂਦਾ। ਪਰ ਜਦੋਂ ਗੱਲ ਦੀ ਗਹਿਰਾਈ 'ਚ ਜਾਓਗੇ ਨਾ, ਤੇ ਜਿਹਨੂੰ ਅਸੀਂ ਬਾਹਰੋਂ ਤੱਕਦੇ ਪਏ ਹਾਂ ਕਿ ਦੁੱਖਾਂ ਭਰੀ ਜ਼ਿੰਦਗੀ ਜਿਉਂਦਾ, ਉਹ ਤਨ ਦੇ ਉੱਤੇ ਬੇਸ਼ੱਕ ਦੁੱਖ ਹੰਢਾ ਰਿਹਾ ਹੋਵੇ, ਪਰ ਅੰਦਰੋਂ ਉਹ ਬਹੁਤ ਸੁੱਖ ਦੇ ਵਿੱਚ ਜਿਉਂਦਾ ਪਿਆ। ਅੰਦਰ ਉਹਦੇ ਕੋਈ ਦੁੱਖ ਨਹੀਂ, ਅੰਦਰੋਂ ਬਹੁਤ ਜੁੜਿਆ ਹੋਇਆ ਪਿਆਰੇ ਦੇ ਨਾਲ। ਤੇ ਜਿਹਨੂੰ ਅਸੀਂ ਬਾਹਰੋਂ ਤਨ ਨੂੰ ਦੇਖ ਕੇ ਕਹਿ ਰਹੇ ਹਾਂ ਕਿ ਬਹੁਤ ਸੁੱਖ ਦੀ ਜ਼ਿੰਦਗੀ ਜਿਉਂਦਾ, ਉਹਨੂੰ ਜਾ ਕਰਕੇ ਫਰੋਲ ਕੇ ਵੇਖੋ ਤੇ ਉਹ ਕਹੇਗਾ ਮੇਰੇ ਵਰਗਾ ਦੁਖੀ ਤੇ ਸਾਰੇ ਪਿੰਡ ਦੇ ਵਿੱਚ ਕੋਈ ਨਹੀਂ ਹੈ ਇੱਥੇ। ਇਸ ਲਈ ਸਾਹਿਬ ਕਹਿੰਦੇ ਨਾਮ ਜਪਣ ਵਾਲਾ ਜਿਹੜਾ ਉਹ ਨਰਕ ਨਹੀਂ ਪੈਂਦਾ। ਭਾਵ ਇਸ ਤਨ ਦੇ ਉੱਤੇ ਬੇਸ਼ੱਕ ਉਹਦੇ ਕੋਈ ਦੁੱਖ, ਕੋਈ ਸੱਟ, ਕੋਈ ਰੋਗ ਹੋਵੇ, ਪਰ ਉਹ ਅੰਦਰਲੇ ਦੁੱਖ, ਜਿਹੜੀ ਨਰਕ ਭਰੀ ਅੰਦਰਲੀ ਗੁਰਬਤ ਨਾਲ ਜ਼ਿੰਦਗੀ ਹੈ, ਉਹਦੇ ਵਿੱਚ ਨਹੀਂ ਪੈਂਦਾ, ਉਹਦੇ ਵਿੱਚ ਨਹੀਂ ਜਿਉਂਦਾ। ਜਦੋਂ ਸੰਸਾਰ ਨੂੰ ਛੱਡ ਕੇ ਤੁਰਦਾ ਤਾਂ ਨਰਕ ਨਾ ਜਾਈਏ, ਉਸ ਕੁੰਭੀ ਨਰਕ ਦੇ ਵਿੱਚ ਸਜ਼ਾਵਾਂ ਭੋਗਣ ਨਹੀਂ ਜਾਂਦੇ ਹਨ। ਜਿਉ ਪਿੰਡ ਸਭ ਤਿਸ ਦਾ, ਦੇਖਾ ਜੈ ਆਖ ਗਵਾਈਐ। ਫਿਰ ਸਾਹਿਬ ਕਹਿੰਦੇ ਇਹ ਜੀਓ, ਇਹ ਜਿੰਦ, ਇਹ ਪਿੰਡ, ਇਹ ਸਰੀਰ, ਸਾਰਾ ਕੁਝ ਉਸ ਅਕਾਲ ਪੁਰਖ ਕਰਤਾ ਪਰਮੇਸ਼ਰ ਦਾ ਹੈ। ਉਹਨੂੰ ਦੇ ਕਰਕੇ ਖਾਜੈ ਆਖ ਗਵਾਈਐ, ਉਸ ਕਰਤਾ ਪੁਰਖ ਪਰਮੇਸ਼ਰ ਦਾ ਦਿੱਤਾ ਹੋਇਆ ਖਾਂਦੇ ਹਾਂ। ਤੇ ਆਖ, ਇਸ ਗੱਲ ਨੂੰ ਆਖ ਕੇ ਕਿ ਮੈਂ ਆਪਣਾ ਕੀਤਾ ਖਾ ਰਿਹਾ, ਇਸ ਗੱਲ ਨੂੰ ਅੰਦਰੋਂ ਗਵਾ ਦੇ। ਤੂੰ ਕੁਛ ਨਹੀਂ ਕਰ ਸਕਦਾ, ਤੇਰੇ ਹੱਥ ਕੁਛ ਨਹੀਂ ਹੈ। ਇਹਨੂੰ ਸਹਿਬ ਬਾਣੀ ਅੰਦਰ ਇੰਜ ਬਚਨ ਕਰਦੇ ਨੇ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਤੇਰੀ ਡੋਰ ਹੈ, ਤੂੰ ਕੁਛ ਨਹੀਂ ਕਰ ਸਕਦਾ। ਜੇ ਕਿਤੇ ਮਾੜੇ ਸਮੇਂ ਅਨੁਸਾਰ ਤੂੰ ਇਹ ਸ਼ਬਦ ਕਹਿ ਵੀ ਲਵੇਂ ਕਿ ਮੈਂ ਆ ਕੀਤਾ, ਗਵਾਈਆਂ ਨੂੰ ਗਵਾ ਦੇ। ਫਿਰ ਦੇ ਖਾਜੈ, ਗੁਰੂ ਘਰ ਦੇ ਵਿੱਚ ਜਾਂ ਜਿਹੜੇ ਆਮ ਗਰੀਬ ਲੋਕ ਨੇ ਉਹਨਾਂ ਨੂੰ ਖਾਣ ਦੇ ਵਾਸਤੇ ਦੇਣਾ ਕਰ। ਮਾਲਕ ਨੇ ਤੇਰੀ ਝੋਲੀ 'ਚ ਬੜਾ ਕੁਛ ਪਾਇਆ, ਤੂੰ ਵੰਡਣਾ ਕਰ। ਪਰ ਵੰਡ ਕੇ ਦਾਨੀ ਬਣ ਕੇ ਇਹ ਨਾ ਕਹੀਂ ਕਿ ਮੈਂ ਦਾਨ ਕਰ ਦਿੱਤਾ, ਮੈਂ ਇੰਨੇ ਲੋਕਾਂ ਨੂੰ ਰਾਸ਼ਨ ਦਿੱਤਾ, ਮੈਂ ਇੰਨੇ ਲੋਕਾਂ ਨੂੰ ਲੰਗਰ ਖਵਾ ਦਿੱਤਾ। ਕਈ ਦਫਾ ਆਪਾਂ ਲੰਗਰ ਲਾਉਣੇ, ਸ਼ਬਦ ਵਰਤਦੇ ਗੁਰੂ ਕਾ ਲੰਗਰ, ਤੇ ਬਾਅਦ ਵਿੱਚ ਆਪਾਂ ਕਹਿ ਰਹੇ ਹੁੰਦੇ ਮੈਂ ਇੰਨੇ ਬੰਦਿਆਂ ਨੂੰ ਲੰਗਰ ਖਵਾਇਆ, ਮੈਂ ਇੰਨੇ ਬੰਦਿਆਂ ਦਾ ਲੰਗਰ ਕੀਤਾ, ਮੈਂ ਇੰਨੇ ਬੰਦਿਆਂ ਨੂੰ ਲੰਗਰ ਜਿਹੜਾ ਵਰਤਾ ਦਿੱਤਾ। ਪਰ ਸਾਹਿਬ ਕਹਿੰਦੇ ਦੇ ਖਾਜੈ ਆਖ ਗਵਾਈਐ, ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦਾ ਦਿੱਤਾ ਹੋਇਆ ਜਦੋਂ ਕਿਸੇ ਨੂੰ ਦਵੇਂ ਤਾਂ ਆਖ ਗਵਾਈਐ। ਇਸ ਗੱਲ ਨੂੰ ਆਖਣਾ ਜਿਹੜਾ ਅੰਦਰੋਂ ਗਵਾ ਦੇ, ਭਾਵ ਆਪਾ ਭਾਵ ਜਿਹੜਾ ਅੰਦਰੋਂ ਬਿਲਕੁਲ ਖਤਮ ਕਰ ਦੇ
ਅੰਦਰੋਂ ਮੈਂ ਮੇਰੀ ਹਉਮੈ ਜਿਹੜੀ ਹੈ ਉਹਨੂੰ ਮਾਰ ਦੇਣਾ ਕਰ। ਤਾਂ ਸਾਹਿਬ ਕਹਿੰਦੇ ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨਹੁ ਨੀਚ ਸਦਾਈਐ। ਜੇ ਤੂੰ ਆਪਣਾ ਭਲਾ ਲੋੜਦਾ ਹੈ ਨਾ ਲੋਚਦਾ ਹੈ ਤਾਂ ਫਿਰ ਇੱਕ ਤਰੀਕਾ ਅਪਣਾਈ ਗੁਰਮੁਖ ਪਿਆਰਿਆ, ਗੁਰੂ ਕਿਆ ਸਿੱਖਾ। ਉਹ ਕੀ ਹੈ? ਕਰ ਪੁੰਨਹੁ ਨੀਚ ਸਦਾਈਐ। ਪੁੰਨ ਕਰ, ਦਾਨ ਕਰ, ਭਲਾ ਕਰ, ਸਰਬੱਤ ਦਾ ਭਲਾ ਕਰ, ਸਾਰਿਆਂ ਦੀ ਬਾਹ ਫੜ ਗਰੀਬਾਂ ਦੀ, ਅਤਿਥੀ ਨੂੰ ਘਰੇ ਆਏ ਨੂੰ ਭੋਜਨ ਦੇ, ਗਰੀਬ ਨੂੰ ਕੱਪੜੇ ਦੇ, ਜੋ ਕਿਸੇ ਦੇ ਤਨ ਦੀ ਲੋੜ ਹੈ ਉਹਦੇ ਤਨ ਦੀ ਲੋੜ ਪੂਰੀ ਕਰ। ਪਰ ਸਾਰਾ ਕੁਝ ਕਰਕੇ ਨਾ ਕਰ ਪੁੰਨਹੁ ਨੀਚ ਸਦਾਈਐ। ਨੀਵਾਂ ਸਦਾ ਆਪਣੇ ਆਪ ਨੂੰ, ਬਹੁਤ ਜ਼ਿਆਦਾ ਨਿਮਰਤਾ ਦੇ ਵਿੱਚ ਆ ਜਾ। ਕਦੀ ਉੱਚੇਪਣ ਦਾ ਹੰਕਾਰ ਨਾ ਕਰੀ, ਕਿਉਂਕਿ ਤੂੰ ਵੀ ਇੱਕ ਭਿਖਾਰੀ ਹੈ ਤੇ ਉਸ ਅਕਾਲ ਪੁਰਖ ਦੇ ਦਰ ਤੋਂ ਮੰਗਦਾ ਹੈ, ਤੇ ਇੱਕ ਭਿਖਾਰੀ ਤੇਰੇ ਕੋਲ ਆ ਕਰਕੇ ਮੰਗਦਾ। ਕਈ ਦਫਾ ਇੰਝ ਦੇਖਿਆ ਜਾਂਦਾ ਹੈ ਕਿਸੇ ਥਾਂ ਦੇ ਉੱਤੇ ਭਿਖਾਰੀ ਇਕੱਠੇ ਬੈਠੇ ਹੋਣ। ਤੁਸੀਂ ਕਦੀ ਨੋਟ ਕਰਕੇ ਦੇਖਿਓ, ਮੈਂ ਬੜੀ ਦਫਾ ਪ੍ਰੈਕਟੀਕਲੀ ਤੌਰ ਤੇ ਇਸ ਗੱਲ ਨੂੰ ਵੇਖਿਆ। ਕਿਸੇ ਗਲੀ ਦੇ ਵਿੱਚ ਜਾਂ ਕਿਸੇ ਸੜਕ ਤੇ ਜਾਂ ਕਿਸੇ ਧਰਮ ਸਥਾਨ ਦੇ ਬਾਹਰ ਜਿਵੇਂ ਭਿਖਾਰੀ ਬੈਠੇ ਹੁੰਦੇ ਨੇ, ਉੱਥੇ ਇਕੱਠੇ ਭਿਖਾਰੀ ਬੈਠੇ ਹੋਣ, ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਐਸਾ ਭਿਖਾਰੀ ਹੁੰਦਾ ਹੈ ਜਿਹੜਾ ਦੂਸਰੇ ਤੋਂ, ਜਿਵੇਂ ਇੱਕ ਬੰਦਾ ਵੰਡਣ ਆ ਗਿਆ, ਫਰਜ਼ ਕਰੋ ਤੁਸੀਂ ਕੋਈ ਚੀਜ਼ ਲੈ ਕੇ ਗਏ, ਤੁਸੀਂ ਕਿਹਾ ਵੀ ਮੈਂ ਨਹੀਂ ਵੰਡ ਸਕਦਾ, ਤੁਸੀਂ ਇੱਕ ਬੰਦੇ ਨੂੰ ਫੜਾ ਦਿੱਤੀ ਉਹਨਾਂ ਦੇ ਵਿੱਚੋਂ, ਉਹ ਸਾਰਿਆਂ ਨੂੰ ਵੰਡਣ ਲੱਗ ਪਿਆ। ਉੱਥੇ ਤੁਸੀਂ ਕਦੀ ਧਿਆਨ ਨਾਲ ਦੇਖਿਓ, ਤੁਹਾਡੇ ਤੋਂ ਚੀਜ਼ ਲੈ ਕੇ ਵੰਡਦਾ ਪਿਆ, ਪਰ ਜਿਹੜਾ ਆਪਣੇ ਨਾਲ ਦੇ ਜਾਂ ਆਪਣੇ ਤੋਂ ਥੋੜੇ ਜਿਹੇ ਹੋਰ ਮਾੜੇ ਭਿਖਾਰੀ ਨੇ ਨਾ, ਉਹਨਾਂ ਦੇ ਉੱਤੇ ਰੋਹਬ ਮਾਰ ਰਿਹਾ ਹੁੰਦਾ, ਇੰਝ ਜਿਤਾ ਰਿਹਾ ਹੁੰਦਾ ਜਿਵੇਂ ਮੈਂ ਵੰਡ ਰਿਹਾ ਚੀਜ਼, ਮੇਰੀ ਚੀਜ਼ ਹੈ। ਉਹ ਆਪਣੇ ਰੂਪ ਦੇ ਨਾਲ, ਆਪਣੇ ਹੁਕਮ ਦੇ ਨਾਲ ਉਹਨਾਂ ਨੂੰ ਕਹੇਗਾ ਇੱਥੇ ਬੈਠੋ, ਇੰਝ ਕਰੋ, ਉਂਝ ਕਰੋ, ਵੀ ਜਿਵੇਂ ਮੇਰੀ ਜੇਬ ਦੇ ਵਿੱਚੋਂ ਮੈਂ ਦੇ ਰਿਹਾ। ਤਾਂ ਸਾਹਿਬ ਕਹਿੰਦੇ ਇਸ ਤਰ੍ਹਾਂ ਜੋ ਕੁਝ ਵੀ ਦੇ ਰਿਹਾ ਤੂੰ ਮੰਗਤਾ ਹੈ, ਤੇਰੀ ਝੋਲੀ 'ਚ ਅਕਾਲ ਪੁਰਖ ਨੇ ਦਾਤ ਪਾਈ ਹੈ, ਤਾਂ ਤੂੰ ਵੰਡ ਕੇ ਕਰ ਪੁੰਨਹੁ ਨੀਚ ਸਦਾਈ ਹੈ। ਮੈਂ ਕਈ ਦਫਾ ਵੀ ਬੇਨਤੀ ਕਰਦਾ, ਦੇਖੋ ਲੰਗਰ ਦੇ ਵਿੱਚ ਆਪਾਂ ਸੇਵਾ ਕਰਦੇ, ਹਰ ਸਿੱਖ ਬੜੀ ਭਾਵਨਾ ਨਾਲ ਗੁਰੂ ਕੇ ਲੰਗਰ ਵਿੱਚ ਵਰਤਾਉਂਦਾ ਹੈ, ਪ੍ਰਸ਼ਾਦਾ, ਦਾਲ, ਜਲ। ਹੁਣ ਲੰਗਰ ਦੇ ਵਿੱਚ ਗਏ, ਲੰਗਰ ਦਾ ਜੋ ਇੰਚਾਰਜ ਸੀ, ਜੋ ਸਾਰਾ ਕੁਝ ਦੇਖ ਰਿਹਾ, ਉਹਨੇ ਮੇਰੇ ਹੱਥ ਦੇ ਵਿੱਚ ਮਾਨੋ ਇੱਕ ਦਾਲ ਦੀ ਬਾਲਟੀ ਭਰੀ ਫੜਾ ਦਿੱਤੀ। ਮੈਂ ਉਹਨੂੰ ਵਰਤਾਉਣ ਲੱਗ ਪਿਆ, ਤੇ ਹੁਣ ਮੈਂ ਇਹ ਸਮਝਾਂ ਕਿ ਇਹ ਮੈਂ ਆਪਣੇ ਵੱਲੋਂ ਵਰਤਾ ਰਿਹਾ, ਤੇ ਮੇਰੀ ਅੱਤ ਦੀ ਬੇਵਕੂਫੀ ਹੋਏਗੀ। ਲੰਗਰ ਗੁਰੂ ਕਾ, ਮੈਂ ਤੇ ਸਿਰਫ ਇੱਕ ਵਰਤਾਵਾ, ਇਸ ਲਈ ਸ਼ਬਦ ਵਰਤਿਆ ਜਾਂਦਾ ਜੀ ਵਰਤਾਵੇ ਨੇ, ਇਹਨਾਂ ਦਾ ਆਪਣਾ ਕੁਝ ਨਹੀਂ ਹੈ। ਮੈਂ ਸਿਰਫ ਇੱਕ ਵਰਤਾਉਣ ਵਾਲਾ ਹਾਂ, ਤੇ ਮੈਂ ਫਿਰ ਹੰਕਾਰ ਕਰੀ ਜਾਵਾਂ, ਉਹਨਾਂ ਪੰਗਤ ਵਿੱਚ ਬੈਠਿਆਂ ਦੇ ਉੱਤੇ ਰੋਹਬ ਮਾਰੀ ਜਾਵਾਂ, ਉਹਨਾਂ ਨੂੰ ਉੱਚਾ ਨੀਵਾਂ ਬੋਲਣ ਦੀ ਕੋਸ਼ਿਸ਼ ਕਰਾਂ? ਨਹੀਂ, ਮੈਂ ਤੇ ਸਿਰਫ ਵਰਤਾਵਾ ਹਾਂ। ਇਸ ਲਈ ਸਾਹਿਬ ਜੀ ਕਹਿੰਦੇ ਕਰ ਪੁੰਨਹੁ ਨੀਚ ਸਦਾਈਐ, ਬਹੁਤ ਨੀਵਾਂ ਸਦਾਉਣਾ ਕਰ, ਹੰਕਾਰ ਰਹਿਤ ਹੋਣਾ ਕਰ, ਬਹੁਤ ਵੱਡੇ ਵੱਡੇ ਪੁੰਨ ਕਰਕੇ ਵੀ, ਸਾਰਿਆਂ ਦਾ ਭਲਾ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਸਦਾ। ਭਾਈ ਗੁਰਦਾਸ ਜੀ ਦੇ ਜਦੋਂ ਬੋਲ ਪੜ੍ਹਦੇ, ਕਿੰਨੀ ਨਿਮਰਤਾ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ ਹਉ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਨ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਸਾਰੇ ਗੁਣ ਨੇ ਅੰਦਰ, ਪਰ ਫਿਰ ਵੀ ਕਹਿੰਦੇ ਮੇਰੇ ਵਰਗਾ ਔਗਣਾਰਾ ਕੋਈ ਨਹੀਂ, ਮੇਰੇ ਵਰਗਾ ਨੀਚ ਕੋਈ ਨਹੀਂ, ਮੇਰੇ ਵਰਗਾ ਕਾਮੀ ਕੋਈ ਨਹੀਂ, ਮੇਰੇ ਵਰਗਾ ਬੇਮੁਖ ਕੋਈ ਨਹੀਂ, ਮੇਰੇ ਵਰਗਾ ਔਗਣਿਆਰ ਕੋਈ ਨਹੀਂ। ਭਾਵ ਇੰਨੀ ਨਿਮਰਤਾ ਦੇ ਵਿੱਚ ਜਿਉਂ, ਤੇ ਜਦੋਂ ਤੂੰ ਨੀਵਾਂ ਹੋ ਕਰਕੇ ਜਾਏਗਾ ਤੇ ਸਭ ਬਾਣੀ ਅੰਦਰ ਕਹਿੰਦੇ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਫਿਰ ਨੀਵਿਆਂ ਨੂੰ ਉੱਚੇ ਕਰਦਾ, ਉਹ ਨੀਵਿਆਂ ਨੂੰ ਚੁੱਕ ਕੇ ਗਲ ਨਾਲ ਲਾਉਂਦਾ। ਕਰ ਪੁੰਨਹੁ ਨੀਚ ਸਦਾਈਐ, ਜੇ ਜਰਵਾਣਾ ਪਰ ਹਰੈ, ਜਰ ਵੇਸ ਕਰਿੰਦੀ ਆਈਐ। ਜੇ ਜਰਵਾਣਾ ਪਰ ਹਰੈ, ਜੇ ਤੂੰ ਇਹ ਦਾਵਾ ਕਰੇ ਕਿ ਮੈਂ ਇੰਜ ਕਰ ਲਵਾਂਗਾ, ਮੈਂ ਧਰਮ ਦਾ, ਆ ਜੋ ਉੱਪਰ ਸਾਹਿਬ ਜੀ ਨੇ ਕੁਝ ਉਦਾਹਰਨਾਂ ਵੀ ਦਿੱਤੀਆਂ, ਸਾਰਾ ਕੁਝ ਕਰਕੇ ਕਵੇਂ ਮੈਂ ਜ਼ਮਾ ਨੂੰ ਵੀ, ਮੈਂ ਮੌਤ ਨੂੰ ਵੀ ਆਪਣੇ ਤੋਂ ਦੂਰ ਕਰ ਦੇਵਾਂਗਾ, ਮੈਂ ਮੌਤ ਦੀ ਪਕੜ ਵਿੱਚ ਨਹੀਂ ਆਵਾਂਗਾ, ਮੈਂ ਮੌਤ ਨੂੰ ਆਪਣੇ ਲਾਗੇ ਨਹੀਂ ਫਟਕਣ ਦੇਵਾਂਗਾ, ਮੈਂ ਜਮਾ ਨੂੰ ਆਪਣੇ ਲਾਗੇ ਨਹੀਂ ਫਟਕਣ ਦੇਵਾਂਗਾ। ਤਾਂ ਸਾਹਿਬ ਕਹਿੰਦੇ ਫਿਰ ਇੱਕ ਗੱਲ ਪੁੱਛੀਏ ਤੈਨੂੰ, ਤਾਂ ਦਾਤਾਰ ਜੀ ਕਹਿੰਦੇ ਜਰ ਵੇਸ ਕਰਿੰਦੀ ਆਈ ਹੈ। ਜਦੋਂ ਜਰ ਬੁਢਾਪਾ ਵੇਸ ਪਹਿਰਾਵਾ ਧਾਰਨ ਕਰਕੇ ਤੇਰੇ ਸਥਾਨ ਤੇ ਆਇਆ, ਉਹ ਤੇ ਤੇਰੇ ਤੋਂ ਹਟਾਇਆ ਨਹੀਂ ਗਿਆ। ਬੇਸ਼ੱਕ ਤੂੰ ਕੋਸ਼ਿਸ਼ ਕੀਤੀ ਹੈ, ਤੂੰ ਆਪਣੇ ਕੇਸ ਜਿਹੜੇ ਨੇ ਉਹਨਾਂ ਨੂੰ ਚਿੱਟਿਆਂ ਤੋਂ ਕਾਲੇ ਕਰ ਲਿਆ,
ਉਹਨਾਂ ਨੂੰ ਰੰਗ ਲਿਆ, ਆਪਣੇ ਤਨ ਦੇ ਉੱਤੇ, ਆਪਣੇ ਚਿਹਰੇ ਦੇ ਉੱਤੇ ਬੜਾ ਕੁਝ ਮਲ ਲਿਆ ਤਾਂ ਕਿ ਚਿਹਰੇ ਤੇ ਪਈਆਂ ਹੋਈਆਂ ਝੁਰੜੀਆਂ ਨਾ ਪਤਾ ਲੱਗਣ। ਪਰ ਕਿੱਥੋਂ ਕਿੱਥੋਂ ਬੁਢਾਪੇ ਨੂੰ ਲੁਕੋਏਗਾ ਤੂੰ? ਆਪਣੇ ਚਿਹਰੇ ਦੇ ਉੱਤੇ ਕੁਝ ਲੋਕ ਜਿਹੜੇ ਨੇ ਸਰਜਰੀ ਕਰਾ ਲੈਂਦੇ ਨੇ, ਪਲਾਸਟਿਕ ਸਰਜਰੀ ਕਰਾ ਲੈਂਦੇ, ਚਿਹਰੇ ਦੀਆਂ ਝੁਰੜੀਆਂ ਨਾ ਪਤਾ ਲੱਗਣ, ਪਰ ਤੇਰੀ ਆਵਾਜ਼ ਦੱਸ ਦੇਗੀ ਤੂੰ ਬਜ਼ੁਰਗ ਹੋ ਗਿਆ। ਤੇਰੀਆਂ ਅੱਖਾਂ ਦੀ ਰੋਸ਼ਨੀ, ਤੇਰਾ ਚੱਲਣਾ ਦੱਸ ਦੇਗਾ, ਜਿਹਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਸਿਰ ਕੰਪਿਓ ਤਨ ਡਗਮਗੈ। ਤਾਂ ਗਰੀਬ ਨਿਵਾਜ ਸਾਹਿਬ ਕਹਿੰਦੇ ਸਿਰ ਕੰਬਦਾ, ਪੈਰ ਡਗਮਗਾਉਂਦੇ ਹਨ, ਨੈਣ ਜੋਤ ਤੇ ਹੀਨ, ਅੱਖਾਂ ਜੋਤ ਤੋਂ ਹੀਨੀਆਂ ਹੋ ਜਾਂਦੀਆਂ ਨੇ। ਕਿੱਥੋਂ ਕਿੱਥੋਂ ਬੁਢਾਪੇ ਨੂੰ ਆਪਣੇ ਤਨ ਤੋਂ ਲੁਕੋ ਲਵੇਂਗਾ? ਤਾਂ ਸਾਹਿਬ ਕਹਿੰਦੇ ਜੇ ਤੂੰ ਇੱਕ ਬੁਢਾਪੇ ਨੂੰ, ਇੱਕ ਜ਼ਰ ਨੂੰ, ਉਸ ਪਹਿਰਾਵੇ ਨੂੰ ਤੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ ਤੇ ਤੂੰ ਕਹਿੰਦਾ ਮੈਂ ਜਮਾ ਨੂੰ, ਮੈਂ ਮੌਤ ਨੂੰ ਆਪਣੇ ਤੋਂ ਦੂਰ ਕਰ ਦੇਵਾਂਗਾ, ਇਹ ਤੇਰਾ ਭੁਲੇਖਾ ਹੈ। ਕੋ ਰਹਿ ਨਾ ਭਰੀਐ ਪਾਈਐ। ਇਸ ਧਰਤੀ ਤੇ ਕੋਈ ਨਹੀਂ ਰਹਿੰਦਾ, ਇਸ ਧਰਤੀ ਤੇ ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। ਜੋ ਆਇਆ ਉਹ ਤੁਰ ਜਾਂਦਾ, ਭਰੀਐ ਪਾਈਐ। ਇੱਕ ਪੁਰਾਣੇ ਸਮਿਆਂ ਦੇ ਅੰਦਰ ਤੋਲਣ ਦਾ ਇੱਕ ਤਰੀਕਾ ਹੁੰਦਾ ਸੀ, ਮਾਪ ਲੈਂਦੇ ਨੇ ਅੱਜ ਲੋਕ। ਪਹਿਲੇ ਸਮਿਆਂ ਦੇ ਅੰਦਰ ਜਦੋਂ ਅਨਾਜ ਜਿਹੜਾ ਸੀ ਉਹਨੂੰ ਤੋਲਿਆ ਜਾਂਦਾ ਸੀ, ਮਾਪਿਆ ਜਾਂਦਾ ਸੀ। ਤੋਲਿਆ ਤੇ ਅੱਜ ਜਾਂਦਾ ਵੀ ਕੰਡੇ ਤੇ ਰੱਖ ਕੇ ਆਪਾਂ ਤੋਲ ਦਿੰਦੇ ਵੀ ਇੰਨੇ ਕਿਲੋ ਹੋ ਗਿਆ, ਇੰਨੇ ਕੁਆਂਟਲ ਹੋ ਗਿਆ। ਪਹਿਲਾਂ ਮਾਪਿਆ ਜਾਂਦਾ ਸੀ, ਉਹਦੇ ਵਿੱਚ ਪਾਈ ਹੁੰਦੀ ਸੀ। ਇੱਕ ਪਾਈ ਦੇ ਵਿੱਚ 8 ਸੇਰ ਹੁੰਦੇ ਸਨ ਤੇ ਉਹ 8 ਸੇਰ ਜਿਹੜੇ ਨੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ, ਟੋਪਾ ਹੁੰਦਾ ਸੀ, ਟੋਪੇ ਦੇ ਵਿੱਚੋਂ ਪੜੋਪਾ ਬਣਦਾ ਸੀ, ਉਹਦੇ ਵਿੱਚੋਂ ਇੱਕ ਟੋਪੇ ਦੇ ਵਿੱਚ ਜਿਹੜੇ 2 ਸਿਰ ਪੈਂਦੇ ਸੀ, 4 ਟੋਪੇ ਪੈਂਦੇ ਸਨ ਤਾਂ ਇੱਕ ਪਾਈ ਬਣਦੀ ਸੀ। ਇੱਕ ਪਾਈ 'ਚ 8 ਸਿਰ ਦਾਣੇ ਪੈਂਦੇ ਸੀ। ਜਦੋਂ ਪਾਈ ਭਰ ਜਾਂਦੀ ਸੀ ਉਹਨੂੰ ਨਾਲ ਹੀ ਪਲਟ ਦਿੱਤਾ ਜਾਂਦਾ ਸੀ। ਹੱਥ ਨਾ ਚਸਾ ਵਿਲੰਮ ਭਰੀਐ ਪਾਈਐ, ਸਾਹਿਬ ਬਾਣੀ ਅੰਦਰ ਵੀ ਜ਼ਿਕਰ ਕਰਦੇ ਨੇ। ਤੇ ਇੱਥੇ ਸਾਹਿਬ ਜੀ ਕਹਿੰਦੇ ਜਿਵੇਂ ਪਾਈ ਜਦੋਂ ਭਰ ਜਾਂਦੀ ਹੈ ਤੇ ਭਰਨ ਤੋਂ ਬਾਅਦ ਉਸ ਪਾਈ ਨੂੰ ਉਸੇ ਵੇਲੇ ਖਾਲੀ ਕਰ ਦਿੱਤਾ ਜਾਂਦਾ ਹੈ। ਬਸ ਇਸੇ ਤਰ੍ਹਾਂ ਇੱਥੇ ਕੋ ਰਹਿ ਨਾ, ਇਸ ਧਰਤੀ ਤੇ ਕੋਈ ਰਹਿੰਦਾ ਨਹੀਂ ਹੈ। ਉਹ ਭਰੀ ਹੋਈ ਪਾਈ ਦੀ ਤਰ੍ਹਾਂ ਸਮੇਂ-ਸਮੇਂ ਤੇ ਸਰੀਰ ਜਿਹੜੇ ਖਾਲੀ ਹੁੰਦੇ ਨੇ, ਸਵਾਸ ਰਹਿਤ ਹੁੰਦੇ ਨੇ ਤੇ ਸੰਸਾਰ ਤੋਂ ਤੁਰਦੇ ਜਾਂਦੇ ਹਨ। ਇਸ ਕਰਕੇ ਇਹ ਮੌਤ, ਇਹ ਸਦੜਾ, ਇਹ ਸੁਨੇਹਾ ਜਿਹੜਾ ਸਾਰਿਆਂ ਦੇ ਗ੍ਰਹਿ ਵਿਖੇ ਸਾਹਿਬ ਕਹਿੰਦੇ ਆਏਗਾ। ਤੇ ਤੂੰ ਇੰਜ ਕਰ, ਉਸ ਨਿਰੰਕਾਰ ਦੇ ਨਾਮ ਨੂੰ ਧਿਆ, ਜਿਸ ਨੂੰ ਧਿਆ ਕਰਕੇ ਨਰਕ ਨਾ ਜਾਈਏ, ਨਰਕਾਂ ਵਿੱਚ ਨਹੀਂ ਪਏਗਾ। ਬਾਕੀ ਜੋ ਤੇਰੇ ਮਨ ਦੇ ਇਹ ਭੁਲੇਖੇ ਨੇ ਕਿ ਨੱਚਣ ਦੇ ਨਾਲ ਜਾਂ ਇਸ ਤਰ੍ਹਾਂ ਸਵਾਂਗ ਰਚ ਲੈਣ ਦੇ ਨਾਲ, ਗੋਪੀਆਂ ਦੇ ਕਾਨ੍ਹਾਂ ਦੇ ਸਵਾਂਗ ਰਚਣ ਦੇ ਨਾਲ, ਧਰਤੀਆਂ ਤੇ ਭਾਉਣ ਦੇ ਨਾਲ, ਜਾਂ ਉਹਨਾਂ ਦੇ ਸੋਹਲੇ ਗਾ ਲੈਣ ਦੇ ਨਾਲ ਮੁਕਤ ਹੋ ਜਾਏਗਾ, ਤਾਂ ਸਾਹਿਬ ਸਮਝਾਉਂਦੇ ਇਸ ਤਰ੍ਹਾਂ ਤੂੰ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।